ਉਹਨੇ ਧੋਤੀ ਬੰਨੀ ਸੀ ਤੇ ਉਹਨੇ ਵਿੱਚੋਂ ਦੀ ਹੱਥ ਪਾ ਕੇ ਧੋਤੀ ਉੱਤੇ ਲੰਗੋਟਾ ਜਿਸ ਤਰ੍ਹਾਂ ਕੱਸੀ ਦਾ ਨਾ ਕੱਸ ਲਿਆ। ਉਹਨੇ ਕਿਹਾ ਵੀ ਇਹ ਜੇ ਲਕੀਰ, ਇਹਦੇ ਤੋਂ ਅੱਗੇ ਜਿਹੜਾ ਬੰਦਾ ਲੰਘ ਗਿਆ ਉਹ ਤੁਹਾਡਾ। ਮੇਰੇ ਮਾਮਾ ਜੀ ਦਾ ਘਰ ਸੀ, ਮੇਰੇ ਸੁਸਰ ਸੀ ਸਨ। 30 ਮਈ ਨੂੰ ਉਹਨਾਂ ਦਾ ਘਰ ਜਿਸਲੇ ਸੜਿਆ, ਉਹਦੇ 'ਚ ਹਰ ਚੀਜ਼, ਕੋਈ ਚੀਜ਼ ਨਹੀਂ ਬਚੀ। ਇੱਕ ਕੁਰਾਨ ਕਰੀਮ ਇੱਕ ਬਚਿਆ ਸੀ ਤੇ ਇੱਕ ਹਜ਼ਰਤ ਖਲੀਫਤੁਲ ਮਸੀਹ ਸਾਨੀ ਦਾ ਤਬਰਕ ਸੀ ਪਜਾਮਾ, ਉਹ ਇੱਕ ਜਗ੍ਹਾ ਤੇ ਪਿਆ ਸੀ, ਉਹ ਬਚ ਗਿਆ ਸੀ। ਉਹਨਾਂ ਦੀ ਕੋਈ ਚੀਜ਼, ਇੱਕ ਕੌਲੀ ਵੀ ਨਹੀਂ ਸੀ ਉਹਨਾਂ ਦੀ, ਇੱਕ ਚਮਚੀ ਵੀ ਨਹੀਂ ਸੀ ਬਚੀ। आऊज़ बिल्लाहि मिनश शैतानिर रजीम बिस्मिल्लाहिर रहमानिर रहीम। अस्सलाम वालेकुम वरहमतुल्लाहि वबरकातुहू। आग सर का नाम बिशारत अहमद, वल्द शेख रशीद अहमद। मेरे दादा जान का नाम शेख मोहम्मद रफ़ीक और परदादा जान का नाम, पहले उनका नाम था हज़रत पीर बख्श, लेकिन जब उन्होंने बैत की और कादियान गए, उस वक़्त हुज़ूर ने उनका नाम फ़ौरी तौर पर नाम सुनते ही तब्दील कर दिया और कहा कि आपका नाम मोहम्मद पीर है। आपके नाम के साथ जो नाम है ना, शिरक वाला है। उन्होंने बोला भी नहीं, आपके नाम पर शिरक है। उसके बाद मेरे परदादा जान का नाम वो मोहम्मद पीर हो गया। तो मेरे परदादा जान माशाल्लाह कादियान जब गए हैं तो कुछ घोड़े पे सफ़र हुआ और कुछ पैदल। तख्त ज़ारा से कादियान का सफ़र काफ़ी एक तकलीफ दे और लंबा सफ़र था। जब बैत करके दादा जान आए हैं तो वो उनके ऊपर एक क़यामत से कम वो ज़िंदगी नहीं थी। तख्त ज़ारा के माहौल के मुताबिक बहुत ही मुश्किल थी, इतनी मुश्किल के अपने जो वालिद साहब थे मेरे परदादा जान के, इंतहाई सख्त तबीयत, और दादे अब्बा जान के साथ, मेरे परदादा जान के साथ इतना जब आए हैं तो इतनी जुल्म, इतना उन्होंने किया कि खाना पीना तो बहुत दूर की बात है कि गंदे छप्पड़ का पानी तक नहीं थे पीने देते उनको। वो इतने सख्त थे कि उनको एक चारपाई पे नीचे लिटा के, पंजाबी में कहते हैं पावे, ਉਹਨਾਂ ਪਾਵਿਆਂ ਦੇ ਥੱਲੇ ਹੱਥ ਰੱਖ ਕੇ ਤੇ ਉੱਤੇ ਬਹਿ ਜਾਂਦੇ ਸਨ। ਉਹ ਉਹਨਾਂ ਦੇ ਵਜੂਦ ਬੜਾ ਭਾਰਾ ਸੀ ਉਹਨਾਂ ਦਾ, ਬਹੁਤ ਤਕਲੀਫ ਦਿੰਦੇ ਸੀ, ਬਹੁਤ ਜ਼ਿਆਦਾ। ਉਹਨਾਂ ਨੇ ਜਿਹੜੀ ਜਮਾਤ ਨੂੰ ਉਸ ਵਕਤ ਕਬੂਲ ਕੀਤਾ, ਉਹ ਇੱਕ ਅੱਗ ਦੇ ਅੰਗਾਰਿਆਂ ਤੋਂ ਹੀ ਸੂਰਤ ਹਾਲ ਰਹੀ ਉਹਨਾਂ ਦੀ। ਉਹਨਾਂ ਨੇ 1895 'ਚ ਬੈਤ ਕੀਤੀ ਹੈ ਮੇਰੇ ਪੜਦਾਦਾ ਜਾਨ ਨੇ, ਕਿ ਉਹਨਾਂ ਨੂੰ ਇੱਕ ਦਿਨ ਮੇਰੇ ਪੜਦਾਦਾ ਜੀ ਦੇ ਵਾਲਿਦ ਸਾਹਿਬ ਨੇ ਇਸ ਕਦਰ ਮਾਰਿਆ, ਇਤਨਾ ਮਾਰਿਆ ਕਿ ਉਹ ਬੇਹੋਸ਼ ਹੋ ਗਏ। ਉਹਨਾਂ ਨੇ ਨਾ ਉਹਨਾਂ ਨੂੰ ਧੱਕਾ ਮਾਰ ਕੇ ਤੇ ਇੱਕ ਲਾਗੇ ਇੱਕ ਛੱਪੜ ਸੀ ਤੇ ਛੱਪੜ ਹੀ ਸੁੱਟ ਦਿੱਤਾ। ਇਤਨੀ ਗਰਮੀ ਤੇ ਇਤਨੀ ਬੁਰੀ ਹਾਲਤ, ਇਸ ਕਦਰ ਉਹਨਾਂ ਨੂੰ ਉਹ ਛੱਪੜ ਦਾ ਗੰਦਾ ਪਾਣੀ ਉਹਨਾਂ ਨੇ ਪੀਤਾ ਤੇ ਬਾਅਦ ਵਿੱਚ ਉਹ ਉਸੇ ਕਸ਼ਫੀ ਹਾਲਤ ਸੀ ਜਿਸ ਵੇਲੇ ਉਹ ਬੇਹੋਸ਼। ਅੱਲਾਹ ਤਾਲਾ ਨੇ ਉਹਨਾਂ ਨੂੰ ਨਜ਼ਾਰਾ ਦਿਖਾਇਆ। ਉਹ ਗੰਦਾ ਪਾਣੀ ਜਿਹੜਾ ਸੀ ਉਹ ਇਸ ਤਰ੍ਹਾਂ ਸੀ, ਬਾਅਦ 'ਚ ਦੱਸਦੇ ਸੀ, ਕਹਿੰਦਾ ਸੀ ਇਸ ਤਰ੍ਹਾਂ ਲੱਗਾ ਕਿ ਮੇਰੇ ਅੰਦਰ ਕੋਈ ਕਸਤੂਰੀ ਚਲੀ ਗਈ ਹੈ। ਇਸ ਕਦਰ ਮੈਨੂੰ ਉਹ ਖੁਸ਼ਬੂਦਾਰ ਲੱਗਾ, ਮੈਨੂੰ ਮੇਰੀ ਜ਼ਿੰਦਗੀ ਬਦਲ ਗਈ। ਉਹ ਇੱਕ ਜ਼ਿੰਦਗੀ ਦਾ ਉਹ ਪਾਣੀ, ਚੰਦ ਕਤਰੇ ਜਾਂ ਉਹ ਛੱਪੜ ਦਾ ਪਾਣੀ ਆ, ਉਹਨਾਂ ਦੇ ਅੰਦਰ ਗਿਆ, ਉਹਨਾਂ ਦੀ ਰੂਹ, ਉਹਨਾਂ ਦੀ ਜ਼ਿੰਦਗੀ ਵਾਪਸ ਆਈ। ਤੇ ਉਹ ਦੱਸਦੇ ਨੇ ਕਿ ਉਹ ਮੇਰੇ ਅੰਦਰ ਇਸ ਤਰ੍ਹਾਂ ਸੀ ਕਿ ਮੈਨੂੰ ਕਸਤੂਰੀ ਮਿਲ ਗਈ ਹੈ, ਕਸਤੂਰੀ ਦੀ ਖੁਸ਼ਬੂ ਹੈ ਮੇਰੇ ਅੰਦਰ। ਦਾਦਾ ਜਾਨ ਸ਼ੇਖ ਮੁਹੰਮਦ ਰਫੀਕ ਅਮੀਰ ਜਮਾਤ ਰਹੇ ਤਖਤ ਜ਼ਾਰਾ ਦੇ। ਉਹ ਤਖਤ ਜ਼ਾਰੇ ਦੀ ਜਮਾਤ ਜਿਹੜੀ ਆ, ਉਹ ਮੇਰੇ ਦਾਦੇ ਅੱਬਾ ਜੀ ਦੀ ਬਹੁਤ ਹੀ ਪਿਆਰ ਕਰਨ ਵਾਲੀ ਹੈ। ਹਾਲਾਂਕਿ ਉਹਨਾਂ ਨੂੰ ਫੌਤ ਹੋਇਆ ਵੀ ਤਕਰੀਬਨ 40 ਸਾਲ ਹੋ ਚੱਲੇ ਨੇ, ਬਲਕਿ ਜ਼ਿਆਦਾ ਹੋ ਗਏ, 45 ਸਾਲ ਹੋ ਗਏ। ਲੇਕਿਨ ਅੱਜ ਵੀ ਉਹ ਅਗਰ ਕੋਈ ਪੁਰਾਣੇ ਬੰਦੇ ਜਿਸ ਤਰ੍ਹਾਂ ਵੀ ਆ ਸਾਡੇ ਇੱਥੇ, ਅੱਲਾਹ ਤਾਲਾ ਉਹਨਾਂ ਦੀ ਸਿਹਤ ਤੰਦਰੁਸਤੀ ਦੇਵੇ, ਸ਼ਮਸ਼ਾਦ ਸਾਹਿਬ ਨੇ ਪ੍ਰਿੰਸੀਪਲ ਜਾਮਿਆ, ਉਹ ਵੀ ਤਖਤ ਜ਼ਾਰੇ ਦੇ ਨੇ। ਤੇ ਉਹਨਾਂ ਕੋਲੋਂ ਕਦੀ ਕੋਈ ਸੁਣੋ ਤੇ ਉਹ ਤੇ ਅਸ਼ਕ ਬਾਹਰ ਹੋ ਜਾਂਦੇ ਨੇ, ਇਤਨੇ ਅੱਲਾਹ ਤਾਲਾ ਦੇ ਅਹਿਸਾਨ ਤੇ ਤਖਤ ਜ਼ਾਰੇ ਦੀ ਜਮਾਤ ਤੇ। ਉਹ ਤਖਤ ਜ਼ਾਰੇ ਦੀ ਜਮਾਤ ਵਿੱਚ ਜਿਹੜੀ ਥੋੜੀ ਬਹੁਤੀ ਮੇਰੇ ਦਾਦਾ ਜੀ ਦੀ ਜ਼ਮੀਨ ਸੀ, ਉਹਦੇ ਵਿੱਚ ਵੀ ਇੱਕ ਐਸਾ ਵਾਕਿਆ ਹੋਇਆ ਸੀ ਕਿ ਮੇਰੇ ਦਾਦਾ ਜੀ ਨੂੰ ਇੱਕ ਦਿਨ ख्वाब आई, किसी जगह ਤੇ नबी करीम सल्लल्लाहु अलैहि वसल्लम ਤੇ ਹਜ਼ਰਤ ਮਸੀਹ ਮੌਊਦ अलैहिस्सलाम किसी जगह ਨੂੰ ਪਮੈਸ਼ ਕਰ ਰਹੇ ਨੇ। ਉਹ ਪਮੈਸ਼ ਦੇ ਦੌਰਾਨ ਕੁਝ ਸਮਝ ਨਹੀਂ ਆ ਰਹੀ ਕਿ ਪਮੈਸ਼ ਕੀ ਕਿਸ ਵਾਸਤੇ ਹੈ। ਉਹ ਪਮੈਸ਼ ਜਿਸ ਲਈ ਕੀਤੀ ਤੇ ਕੁਝ ख्वाब ਦੀ ਕੁਝ ਸਿਰਾ ਸਮਝ ਨਹੀਂ ਸੀ ਆ ਰਿਹਾ, ਕੋਈ ਦਾਬੜੇ, ਕੋਈ ਕੜਾਈ, ਕੋਈ ਇਸ ਤਰ੍ਹਾਂ ਦਾ ਬੇਲਚਾ ਵਗੈਰਾ ਜਾਂ ਕੋਈ ਚੀਜ਼ ਨਜ਼ਰ ਆਈ, ਕੁਝ ख्वाब ਵਿੱਚ ਹੀ, ਕੁਝ ਨੇ ਹੁਣ ਸਮਝ ਨਹੀਂ ਆਈ। ਸਵੇਰੇ ਉਹ ਜਗ੍ਹਾ ਜਾ ਕੇ ਮਤਲਬ ਬਹਿ ਕੇ ਦੇਖੀ ਵੀ ਜਿਹੜੀ ਉਹ ख्वाब ਵਿੱਚ ਦੇਖੀ ਗਈ, ਤਾਂ ਝਾੜੀਆਂ ਤੇ ਬਹੁਤ ਬੁਰੀ ਹਾਲਤ, ਲੇਕਿਨ ਉੱਥੇ ਲਾਈਨ ਲੱਗੀ ਔਰ ਉਹ ਤਿੰਨ ਚੀਜ਼ਾਂ ਜਿਹੜੀਆਂ ख्वाब 'ਚ ਦਿਖਾਈਆਂ ਗਈਆਂ ਸੀ, ਉਹ ਤਿੰਨ ਚੀਜ਼ਾਂ ਵੀ ਉੱਥੇ ਪਈਆਂ। ਮੇਰੇ ਦਾਦਾ ਜੀ ਦੀ ਜ਼ਮੀਨ ਸੀ।
ਉੱਥੇ ਫੌਰੀ ਤੌਰ ਤੇ ਉਹਨਾਂ ਨੇ ਉਸੇ ਵਕਤ ਝਾੜੀਆਂ ਵਗੈਰਾ ਸਾਰੀਆਂ ਜਮਾਤ ਜਿੰਨੇ ਵੀ ਉੱਥੇ ਬਜ਼ੁਰਗ ਸੀ ਸਾਰੇ ਦੋਸਤ ਖੁਦਾਮ ਸਾਰੇ ਉਹਨਾਂ ਨੇ ਇਕੱਠਿਆਂ ਕੀਤਾ। ਉਹਨਾਂ ਨੂੰ ਮਸਜਿਦ ਕੱਚੀ ਦੀਵਾਰ ਮਿੱਟੀ ਉੱਥੋਂ ਕੱਢ ਕੇ ਉਹ ਇੱਕ ਮਸਜਿਦ ਦੇ ਤੌਰ ਤੇ ਬਣਾਈ ਗਈ ਉਦੋਂ। ਉਸੇ ਜਿਹੜੇ ਦਰਖਤ ਸਨ ਉਹਨਾਂ ਦੀਆਂ ਛੱਤਾਂ ਪਾਈਆਂ। ਬਹੁਤ ਹੀ ਉਹ ਮਸਜਿਦ ਜਿਹੜੀ ਆ ਉਹ ਮੈਨੂੰ ਕੁਛ ਉਹਦਾ ਹੈ ਨਜ਼ਰ ਆਉਂਦਾ ਵਾ ਕਿ ਮੈਂ ਜਦੋਂ ਇੱਕ ਦਫਾ ਪਹਿਲੀ ਦਫਾ ਕਿਤੇ ਜਾਂ ਬੱਚਾ ਸੀ ਉਦੋਂ ਮੈਂ ਉਹ ਨਕਸ਼ਾ ਥੋੜਾ ਜਿਹਾ ਮੇਰੇ ਦਿਮਾਗ 'ਚ ਹੈ, ਥੋੜਾ ਜਿਹਾ ਮੈਂ ਦੇਖਿਆ। ਉਸ ਤੋਂ ਬਾਅਦ ਉਸ ਤੋਂ ਕਰੀਬ ਦੂਸਰੀ ਜ਼ਮੀਨ ਸੀ ਜਿੱਥੇ ਬੱਸ ਖਲੋਂਦੀ ਸੀ ਆ ਕੇ ਸਰਗੋਧੇ ਤੋਂ। ਬੱਸ ਬਾਅਦ ਵਿੱਚ ਜਿਸਲੇ ਬੱਸ ਚੱਲਣ ਲੱਗ ਪਈ ਤੇ ਉਹ ਦਾਦੇ ਬਾਈ ਦੀ ਜ਼ਮੀਨ ਵਿੱਚ ਹੀ ਉਹ ਖਲੋਣ ਲੱਗ ਪਈ। ਦਾਦੇ ਬਾਈ ਨੇ ਸਕੂਲ ਬਣਵਾਇਆ ਇੱਕ ਲੜਕੀਆਂ ਦਾ ਉਹ ਸਕੂਲ ਉਹਨਾਂ ਨੇ ਬਣਵਾਇਆ। ਉਹ ਦਾਦੇ ਬਾਈ ਨੇ ਸਾਰੀ ਬਹੁਤ ਕੋਸ਼ਿਸ਼ ਕਰਕੇ ਔਰਤਾਂ ਦਾ ਸਕੂਲ ਵੱਖਰਾ, ਬੱਚਿਆਂ ਦਾ ਵੱਖਰਾ। ਉਸ ਤੋਂ ਬਾਅਦ ਉਹ ਲਾਗੇ ਜਿਹੜੇ ਪਿੰਡ ਸਨ ਅਦਰਾਮਾ, ਨਸੀਰਪੁਰ, ਹਲਾਲਪੁਰ ਇਸ ਤਰ੍ਹਾਂ ਦੇ ਪਿੰਡ ਸੀ। ਉਹਨਾਂ ਦੇ ਵਿੱਚ ਜਾ ਕੇ ਸੁਬਾਹ ਸ਼ਾਮ ਤਬਲੀਗ ਤੇ ਕੁਛ ਦੇਖਣਾ ਨਹੀਂ ਕਿ ਬੱਚੇ ਪਿੱਛੇ ਹੈ ਨੇ, ਭੁੱਖੇ ਨੇ, ਨਹੀਂ ਉਹਨਾਂ ਦਾ ਕੋਈ ਬੰਦੋਬਸਤ ਗੁਜ਼ਾਰਾ ਨਹੀਂ। ਜਿਸ ਤਰ੍ਹਾਂ ਵੀ ਆ ਬਸ ਸਵੇਰੇ ਨਿਕਲੇ ਸ਼ਾਮ ਨੂੰ ਘਰ, ਪਤਾ ਹੀ ਨਹੀਂ ਕਿ ਰਾਤ ਕਿੱਥੇ ਰਹਿ ਗਈ ਹੈ ਕਿੱਥੇ ਨਹੀਂ। ਇਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਜ਼ਿੰਦਗੀ ਦੇ ਦਿਨ ਕੱਢੇ। ਮੇਰੇ ਦਾਦਾ ਜੀ ਨੇ 2 ਮਸਜਿਦਾਂ ਪਹਿਲੇ ਬਣਾਈਆਂ ਸੀ, ਉਹ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਤੇ ਫਿਰ ਇਹ ਜਿਹੜੀ ਮਸਜਿਦ ਦਾ ਮੈਂ ਜ਼ਿਕਰ ਕੀਤਾ ਵਿੱਚ, ਇਹ ਮੇਰੇ ਦਾਦਾ ਜੀ ਦੀ ਜ਼ਮੀਨ ਦੇ ਵਿੱਚ ਹੀ ਸੀ। ਉਹਨਾਂ ਦੇ ਹੁਣ ਜਿਹੜੀ ਮਸਜਿਦ ਹੈ ਇਸ ਵੇਲੇ ਉਹਦੇ ਨਾਲ ਦੀ ਜ਼ਮੀਨ ਵੀ ਬਿਲਕੁਲ ਉਹ ਸੀ। ਉਹਦੇ 'ਚ ਮੈਂ ਦੇਖਿਆ ਸੀ ਖਜੂਰ ਦਾ ਬੜਾ ਬਹੁਤ ਹੀ ਬੇਮੌਸਮਾ ਖਜੂਰ ਲੱਗਦੀ ਸੀ ਉਹਨੂੰ, ਹਰ ਵਕਤ ਹੀ ਖਜੂਰ ਲੱਗੀ ਰਹਿੰਦੀ ਸੀ ਉਹਨੂੰ। ਉਹ ਖਜੂਰ ਵਾਲਾ ਥੋੜਾ ਜਿਹਾ ਜ਼ਮੀਨ ਸੀ ਉਹ ਵੀ ਇਹ ਮਸਜਿਦ ਦਾ ਹਿੱਸਾ ਹੈ ਅੱਜ ਵੇਲੇ ਵੀ। ਇਹ ਉਹੀ ਮਸਜਿਦ ਹੈ ਜਿਹਦੇ ਵਿੱਚ ਸ਼ਹਾਦਤਾਂ ਹੋਈਆਂ ਸੀ। ਬਾਅਦ ਵਿੱਚ ਆ ਕੇ ਉਹਨਾਂ ਨੇ ਮੁਸ਼ਕਲ ਪਾਈ ਬਹੁਤ ਸਾਰੀ। ਇਹ ਉਸ ਵਕਤ ਥੋੜੀ ਜਿਹੀ ਕੱਚੀ ਸੀ, ਥੋੜੀ ਜਿਹੀ ਪੱਕੀ ਸੀ। ਬਾਅਦ ਵਿੱਚ ਤੇ ਹੁਣ ਖੁਦਾ ਤਾਲਾ ਦੇ ਫਜ਼ਲ ਨਾਲ ਬਹੁਤ ਬਿਹਤਰੀਨ ਮਸਜਿਦ ਹੈ। ਅੱਲਾਹ ਤਾਲਾ ਫਜ਼ਲ ਕਰੇ। ਇੱਕ ਦਫਾ ਦਾ ਮੈਨੂੰ ਵਾਕਿਆ ਯਾਦ ਆ ਰਿਹਾ ਕਿ ਤਖਤ ਹਜ਼ਾਰੇ ਤੋਂ ਦਾਦੇ ਬਾਈ ਮੈਂ ਗੰਨੇ ਲੈ ਕੇ ਆਏ। ਉਹ ਸਾਡੇ ਵਾਸਤੇ ਗੰਨੇ ਜਿਹੜੇ ਲੈ ਕੇ ਆਏ ਘਰ ਫੈਸਲਾਬਾਦ ਵਾਸਤੇ ਉਹ ਵੱਖਰੇ, ਤੇ ਇੱਕ ਗੰਨੇ ਨਾ ਉਹ ਥੋੜੇ ਜਿਹੇ ਗੰਨੇ ਬਿਲਕੁਲ ਇਤਨੇ ਜਿੱਦੇ, ਤੇ ਉਹਨਾਂ ਨੂੰ ਨਾ ਬੜਾ ਉਹਨਾਂ ਨੇ ਨਾ ਸੰਭਾਲਿਆ ਬਿਲਕੁਲ ਨਾ ਉਹਨਾਂ ਨੂੰ ਹੱਥ ਨਾ ਲਾਉਣ ਦੇਣ ਸਾਨੂੰ। ਉਹਨਾਂ ਦੇ ਉੱਤੇ ਕੱਪੜਾ ਲਪੇਟਿਆ ਉਹਨਾਂ ਨੇ, ਮੈਨੂੰ ਯਾਦ ਆ ਬਿਲਕੁਲ ਨਾ ਇਸ ਤਰ੍ਹਾਂ ਲਪੇਟ ਕੇ ਕੱਪੜਾ ਤੇ ਬੜੇ ਸਾਫ਼ ਕਰਕੇ ਨਾ ਉਹ ਲਪੇਟ ਕੇ ਰੱਖਿਆ। ਤੇ ਉਹ ਬਿਲਕੁਲ ਦਾਦੇ ਬਾਈ ਨੇ ਨਾ ਆਪਣੇ ਸਰਾਣੇ ਦੇ ਨਾਲ ਚਾਰਪਾਈ ਤੇ ਰੱਖੇ ਸੀ, ਸਰਾਣੇ ਵਾਲੀ ਸਾਈਡ ਤੇ। ਇੱਕ ਮਿੱਠੇ ਪਕਵਾਨ ਹੁੰਦੇ ਸੀ, ਹਜ਼ਰਤ ਖਲੀਫਾ ਸਾਨੀ ਨੂੰ ਬਹੁਤ ਪਸੰਦ ਸਨ। ਜਿਸ ਤਰ੍ਹਾਂ ਸਮੋਸਾ ਹੁੰਦਾ, ਸਮੋਸੇ ਦੇ ਤੌਰ ਤੇ ਬੜਾ ਉਹਦਾ ਸਵਾਦ ਹੁੰਦਾ। ਉਹ ਮੇਰੀ ਦਾਦੀ ਜਾਨ ਨੇ ਬਣਾ ਕੇ ਬੜੇ ਪਨੀਰ ਉਹਦੇ ਵਿੱਚ ਪੰਜੀਰੀ ਵਗੈਰਾ ਜਾਂ ਕੋਈ ਇਸ ਤਰ੍ਹਾਂ ਕਰਕੇ ਉਹ ਲਿਆ ਕੇ ਉਹ ਇੱਕ ਟਰੰਕ ਨਹੀਂ ਉਹਨੂੰ ਕਿਹਾ ਜਾ ਸਕਦਾ, ਇੱਕ ਖਾਲੀ ਡੱਬਾ ਸੀ, ਟੀਨ ਸੀ, ਉਹਦੇ ਅੰਦਰ ਤਾਲਾ ਲਗਾਇਆ ਵੀ ਇਹਨੂੰ ਕੋਈ ਛੇੜੇ ਨਾ। ਤਾਲਾ ਲਗਾਇਆ। ਮੈਨੂੰ ਉਹ ਗੰਨੇ ਅੱਜ ਤੱਕ ਯਾਦ ਆ। ਮੈਂ 8 ਸਾਲ ਦਾ, 8 ਸਾਲ ਦਾ ਹੋਊਗਾ ਜੀ, 9-8 ਸਾਲ ਦਾ। ਉਹ ਮੈਂ ਆਪਣਾ ਲਾਰੀ ਅੱਡਾ ਤੋਂ ਕਸਰੇ ਖਿਲਾਫਤ ਗਿਆ ਚੁੱਕ ਕੇ। ਮੇਰੀ ਹਾਲਤ ਬੁਰੀ ਹੋ ਗਈ ਤੇ ਬਿਲਕੁਲ ਛੋਟਾ ਬੱਚਾ ਸੀ ਮੈਂ। ਹਜ਼ਰਤ ਖਲੀਫਤੁਲ ਮਸੀਹ ਸਾਨੀ ਨੂੰ ਮੈਂ ਉਸ ਵਕਤ ਪਹਿਲੀ ਦਫਾ ਦੇਖਿਆ। ਬਾਅਦ ਵਿੱਚ ਮੈਂ ਮੁਲਾਕਾਤ ਤੇ ਗਿਆ, ਉਹ ਦੂਸਰੀ ਵਾਰੀ ਦੇਖਿਆ। ਉਹ ਐਸੀ ਮੁਲਾਕਾਤ ਸੀ ਕਿ ਉਹ ਬਿਲਕੁਲ ਇੱਕ ਜਿਸ ਤਰ੍ਹਾਂ ਇੱਕ ਫੈਮਿਲੀ ਮੁਲਾਕਾਤ ਹੁੰਦੀ ਹੈ। ਦਾਦੇ ਬਾਈ ਹਜ਼ੂਰ ਦੀ ਚਾਰਪਾਈ ਦੇ ਕਰੀਬ ਬੈਠੇ ਤੇ ਮੈਂ ਬਿਲਕੁਲ ਨਾਲ ਹੀ ਬਿਲਕੁਲ ਖੜਾ ਰਿਹਾ। ਤੇ ਇਹ ਹਜ਼ਰਤ ਖਲੀਫਤੁਲ ਮਸੀਹ ਸਾਨੀ ਦੇ ਨਾਲ ਮੇਰਾ ਬਚਪਨ ਦਾ ਇੱਕ ਪਹਿਲਾ ਤਸੱਵਰ ਸੀ। ਮੇਰੇ ਖਿਆਲ 'ਚ ਵੀ ਨਹੀਂ ਸੀ ਹੋ ਸਕਦਾ, ਮੇਰੇ ਤਸੱਵਰ 'ਚ ਵੀ ਨਹੀਂ ਸੀ ਕਿ ਖਲੀਫਾ ਵਕਤ ਦਾ ਕੀ ਵਜੂਦ ਆ ਜਿਹੜਾ ਜਿੱਥੇ ਮੈਂ ਮਤਲਬ ਇਹ ਕਿਸ ਤਰ੍ਹਾਂ। ਬਾਅਦ ਵਿੱਚ ਜਿਸਲੇ ਮੁਲਾਕਾਤ ਕੀਤੀ ਹੈ ਉਸ ਵਕਤ ਹਜ਼ੂਰ ਕੁਰਸੀ ਤੇ ਬੈਠੇ ਸੀ ਤੇ ਆਸ-ਪਾਸ ਇਸ ਤਰ੍ਹਾਂ ਨਜ਼ਰਾਨਾ ਬਿਲਕੁਲ ਜਿਸ ਤਰ੍ਹਾਂ ਇੱਕ ਢੇਰ ਲੱਗਾ ਹੁੰਦਾ, ਪਹਾੜ ਹੁੰਦਾ, ਇਸ ਤਰ੍ਹਾਂ ਦਾ ਇੱਕ ਤਸੱਵਰ ਸੀ ਬਿਲਕੁਲ ਨਾ ਵਿੱਚ ਹਜ਼ੂਰ ਤਸ਼ਰੀਫ ਫਰਮਾ ਨੇ। ਆਹਾ! ਕਿਆ ਨਜ਼ਾਰਾ ਸੀ। ਅੱਖਾਂ ਬੰਦ ਕਰੋ ਤੇ ਬਿਲਕੁਲ ਰੋਣ ਆ ਜਾਂਦਾ ਅੱਖਾਂ ਦੇ ਵਿੱਚ। ਮੈਂ ਕੀ ਤੇ ਉਹ ਕੀ। ਮਿਰਜ਼ਾ ਅਬਦੁਲ ਹਕ ਸਾਹਿਬ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ, ਉਹ ਸੂਬੇ ਦੇ ਅਮੀਰ ਸਨ ਤੇ ਦਾਦੇ ਬਾਈ ਤਖਤ ਹਜ਼ਾਰੇ ਦੇ ਅਮੀਰ ਸਨ। ਬਹੁਤ ਹੀ ਪਿਆਰੀ ਰਫਾਕਤ ਰਹੀ ਆ। ਹਰ ਵਕਤ ਕੋਈ ਵੀ ਮਾਮੂਲੀ ਤੋਂ ਮਾਮੂਲੀ ਵੀ ਵੱਡੇ ਤੋਂ ਵੱਡਾ ਜਿਸ ਤਰ੍ਹਾਂ ਵੀ ਕੋਈ ਕੰਮ ਹੋਇਆ ਜਾਂ ਕੋਈ ਗੱਲ ਹੋਈ, ਅਮੀਰ ਸਾਹਿਬ ਨੇ ਬੇਧੜਕ ਹੋ ਕੇ ਜਿਸ ਤਰ੍ਹਾਂ ਵੀ ਬੜੀ ਸ਼ਫਕਤ ਨਾਲ ਕਰਦੇ ਰਹੇ। ਕੁਰਾਨ ਕਰੀਮ ਮੂੰਹ ਤੇ ਕੱਪੜਾ ਲਿਆ, ਦਾਦੇ ਬਾਈ ਤਿਲਾਵਤ ਕਰ ਰਹੇ ਨੇ, ਉੱਚੀ ਪੜ੍ਹ ਰਹੇ ਨੇ, ਐਤਲ ਕੁਰਸੀ ਕਰ ਰਹੇ। ਸਾਨੂੰ ਅਸੀਂ ਸਕੂਲੋਂ ਆਉਣਾ, ਸਾਨੂੰ ਲਾ ਕੇ ਨਾ ਤੇ
ਪਹਿਲੇ ਕਹਿਣਾ ਆਓ ਬੱਚਿਓ ਮੈਨੂੰ ਮੂੰਹ ਚਮਾਓ, ਵਾਰੀ ਵਾਰੀ ਸਾਰਿਆਂ ਨੇ ਮੂੰਹ ਚਮਾਉਣਾ, ਫਿਰ ਦਾਦੇ ਅੱਬੇ ਨੇ ਉਹਨਾਂ ਨੂੰ ਕਹਿਣਾ ਕਿ ਵضੂ ਕਰਕੇ ਆਓ। ਉਹਨਾਂ ਨੇ ਸਾਨੂੰ ਨਮਾਜ਼ ਜ਼ੋਰ ਦੀ ਵੀ, ਅਸਰ ਦੀ ਵੀ, ਜਿਹੜੀ ਵੀ, ਉਹ ਜਦੋਂ ਆਉਣਾ ਸਕੂਲੋਂ ਪਹਿਲੇ, ਸਭ ਤੋਂ ਪਹਿਲੇ ਖਾਣਾ ਖਾਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਨਮਾਜ਼ ਪੜ੍ਹਾਉਣੀ। ਬਹੁਤ ਮੇਰੀ ਦਾਦੀ ਜਾਨ ਦਾ ਵਾਕਿਆ ਇਸ ਤਰ੍ਹਾਂ ਹੋਇਆ ਕਿ ਮੇਰੇ ਚਾਚਾ ਜੀ ਸਨ, ਉਹ ਕਹਿੰਦੇ ਵੀ ਮੈਂ ਸੁਹਾਬੀ ਦੀ ਔਲਾਦ ਹਾਂ। ਮੇਰੇ ਵਾਲਿਦ ਸਾਹਿਬ ਅੱਬਾ ਜੀ ਮੇਰੇ ਮੀਆਂ ਜੀ ਕਹਿੰਦੇ ਸੀ, ਮੀਆਂ ਹੋਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁਦਾ ਦੀ ਰਾਹ 'ਚ ਫਿਰਦੇ ਨੇ, ਤੇ ਮੇਰੀ ਮਾਂ ਨਹੀਂ ਅਹਿਮਦੀ। ਮੇਰੀ ਮਾਂ ਸਾਡੇ ਉਹ ਨਾ ਇੱਕ ਪੰਜਾਬੀ ਦੀ ਮਿਸਾਲ ਜਿਸ ਤਰ੍ਹਾਂ ਨਾ ਕਿ ਉਹ ਅੰਮਾ ਜੀ ਥੋੜੇ ਜਿਹੇ ਸਖਤ ਮਿਜਾਜ ਵੀ ਸਨ, ਉਹ ਮੂੰਹ ਚੋਂ ਕਹਿ ਵੀ ਦਿੰਦੇ ਸੀ ਕੁਛ ਨਾ ਕੁਛ। ਤੇ ਮੇਰੇ ਚਾਚਾ ਜੀ ਇਦਾਂ ਦੇ ਮਤਲਬ ਇਹ ਕਿ 3-4 ਦਿਨ ਉਹਨਾਂ ਨੇ ਬਿਲਕੁਲ ਖਾਣਾ ਨਾ ਮਿਲਿਆ, ਇੱਕ ਬੱਚੇ ਨੂੰ ਖਾਣਾ ਨਾ ਮਿਲੇ ਤੇ ਉਹਦੀ ਹਾਲਤ ਇਸ ਦੂਸਰੇ ਦਿਨ ਕੀ ਹੋਈ ਸੀ। ਬਿਲਕੁਲ ਉਹ ਆਪਣੀ ਜ਼ਿੱਦ ਦੇ ਪੱਕੇ ਸਨ ਚਾਚਾ ਜੀ ਵੀ। ਸ਼ੇਖ ਹਮੀਦ ਅਹਿਮਦ ਉਹਨਾਂ ਦਾ ਨਾਂ ਸੀ। ਉਹਨਾਂ ਨੂੰ ਮੀਆਂ ਜੀ ਕਹਿੰਦੇ ਸੀ ਤੇ ਮੇਰੇ ਦਾਦਾ ਬਈ ਨੂੰ ਵੱਡਾ ਮੀਆਂ ਜੀ ਕਹਿੰਦੇ। ਤੇ ਉਹਨਾਂ ਨੇ ਨਾ ਕਿਹਾ ਕਿ ਅੰਮਾ ਜੀ ਮੈਂ ਮਤਲਬ ਇਹ ਕਿ ਨਹੀਂ ਮਤਲਬ ਅਹਿਮਦੀ ਹੋਏ ਤੇ ਮੈਂ ਇਹਨਾਂ ਦੇ ਹੱਥ ਦਾ ਖਾਣਾ ਨਹੀਂ ਖਾਣਾ। ਸਾਰੇ ਖਾ ਲੈਂਦੇ ਸੀ ਪਰ ਮੇਰੇ ਚਾਚਾ ਜੀ ਨਹੀਂ ਸੀ ਖਾਂਦੇ। ਇੱਕ ਦਿਨ ਕਿਸੇ ਨੇ ਕਿਹਾ ਕਿ ਤੇਰਾ ਰਸੂਲਾ ਬੀਬੀ ਉਹਨਾਂ ਦਾ ਨਾਂ ਸੀ, ਤੇ ਕਹਿਣ ਲੱਗੇ ਰਸੂਲਾ ਤੇਰਾ ਛੋਰ ਜਿਹੜਾ ਹੈ ਨਾ ਬੱਚਾ, ਉਹ ਫਲਾਣੇ ਖੇਤ ਵਿੱਚ ਡਿੱਗਾ ਪਿਆ, ਮਰਿਆ ਪਿਆ। ਉਹ ਕਹਿੰਦੀ ਪਿਆ ਮਰੇ, ਉਹ ਮਰਦਈ ਆ ਤੇ ਮੈਂ ਨਹੀਂ ਕੁਝ ਉਹਦਾ ਕਰਨਾ। ਬਾਅਦ ਵਿੱਚ ਉਸ ਰਾਤ ਫਿਰ ਦਾਦੀ ਅੰਮਾ ਨੂੰ ਅੱਲਾਹ ਤਾਲਾ ਨੇ ਦੇਖਿਆ ਜਾਂਦਾ ਨਾ ਕਿ ਝੰਜੋੜਿਆ, ਉਹ ਝੰਜੋੜਿਆ। ਫਿਰ ਦਾਦੀ ਅੰਮੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲੋਂ ਮੇਰੇ ਦਾਦੀ ਨੇ ਨਮਾਜ਼ ਸਿੱਖੀ। ਨਮਾਜ਼ ਮੇਰੀ ਦਾਦੀ ਨੂੰ ਬਿਲਕੁਲ ਚਿੱਟੀ ਪੜ੍ਹ ਸਨ ਤੇ ਦਿਹਾਤੀ ਮਾਹੌਲ। ਦਾਦੀ ਅੰਮੀ ਮੇਰੇ ਨੇ ਪੂਰੀ ਦੀ ਪੂਰੀ ਨਮਾਜ਼ ਬਗੈਰ ਕਿਸੇ ਰੋਕ ਟੋਕ ਤੋਂ, ਬਗੈਰ ਕਿਸੇ ਵਕਫੇ ਤੋਂ ਉਹਨਾਂ ਨੇ ਨਮਾਜ਼ ਸਿਖਾਈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਪੂਰੀ ਨਮਾਜ਼। ਬਹੁਤ ਹੀ ਇਹ ਐਸਾ ਇੱਕ ਵਾਕਿਆ ਕਿ ਬਿਲਕੁਲ ਨਹੀਂ ਸੀ ਮੰਨਦੇ ਹੁੰਦੇ, ਬਿਲਕੁਲ ਮੁਸ਼ਕਿਲ 'ਚ ਰਹਿੰਦੇ ਸੀ, ਮੁਸ਼ਕਿਲ 'ਚ ਰੱਖਦੇ ਸੀ ਸਭ ਨੂੰ ਕਿ ਜਮਾਤ ਵੱਲੋਂ। ਜਿਸ ਵਕਤ ਉਹਨਾਂ ਨੇ ਫਿਰ ਬੈਅਤ ਕੀਤੀ, ਅੱਲਾਹ ਤਾਲਾ ਨੇ ਉਹਨਾਂ ਦੇ ਫਜ਼ਲ ਕੀਤੇ ਕਿ ਜਿਸ ਵੇਲੇ ਉਹਨਾਂ ਨੇ ਵਸੀਅਤ ਕੀਤੀ, ਆਖਰ ਟਾਈਮ ਤੱਕ ਉਹ ਜਿਸ ਵੇਲੇ ਫੌਤ ਹੋਏ ਨੇ, ਉਹਨਾਂ ਦਾ ਚੰਦਾ ਇਜ਼ਾਫੀ ਚੰਦਾ ਸੀ ਉਹਨਾਂ ਦਾ। ਮੇਰੇ ਨਾਨਾ ਜੀ ਜਿਹੜੇ ਨੇ ਉਹ ਕਾਦੀਆਨ ਹੈ, ਤੇ ਉਹ ਕਾਦੀਆਨ ਦੇ ਹੀ ਸੀ ਸ਼ੁਰੂ ਤੋਂ ਹੀ। ਕਾਦੀਆਨ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ, ਮੇਰਾ ਖਿਆਲ ਨੰਗਲ ਉਹਦਾ ਨਾਮ ਹੈ, ਨੰਗਲ, ਉੱਥੇ ਦੇ ਸਨ ਉਹ। ਤੇ ਕਾਦੀਆਨ ਹੀ ਹਰ ਵਕਤ ਆਉਂਦੇ ਜਾਂਦੇ ਰਹਿੰਦੇ ਸਨ। ਤੇ ਉਹ ਉਸ ਵਕਤ ਉਹਨਾਂ ਨੂੰ ਨਾ ਕੋਈ ਏਡੀ ਕਾਦੀਆਨ ਦੇ ਹੋਣ ਦੇ ਬਾਵਜੂਦ ਵੀ ਕੋਈ ਨਾ ਦਿਲਚਸਪੀ ਹੁੰਦੀ ਹੈ ਨਾ ਜਮਾਤ ਨਾਲ ਜਾਂ ਮਸੀਹ ਮੌਦ ਇਸਲਾਮ, ਉਹ ਕੋਈ ਨਹੀਂ ਸੀਗੀ ਏਡੀ। ਤੇ ਲੇਕਿਨ ਉਹ ਜਿਸ ਤਰ੍ਹਾਂ ਬਾਕੀ ਇੱਕ ਪਿੰਡ ਦੇ ਲੋਕ ਫਿਰਦੇ ਨੇ ਜਾਂ ਮਿਲਦੇ ਨੇ ਇੱਕ ਦੂਸਰੇ ਨੂੰ, ਉਹ ਉਸੇ ਤਰ੍ਹਾਂ ਹੀ ਉਸੇ ਮਾਹੌਲ ਵਿੱਚ ਰਹਿੰਦੇ ਸੀ। ਤੇ ਮੇਰੀ ਉਹਨਾਂ ਦੀ ਵਾਲਦਾ ਜਿਹੜੀ ਸੀ ਨਾ, ਉਹ ਸਖਤ ਮੁਖਾਲਫ ਸੀ। ਤੇ ਉਹ ਦਾਦੇ ਮੇਰੇ ਨਾਨਾ ਜੀ ਨੇ ਇਸ ਲਈ ਬੈਅਤ ਕੀਤੀ ਤੇ ਉਹ ਥੋੜੇ ਜਿਹੇ ਮਿਲਣ ਜੁਲਣ ਵਾਲੇ ਹੋਏ, ਬਾਹਰ ਫਿਰਨ ਟੁਰਨ ਵਾਲੇ। ਤੇ ਉਹਨਾਂ ਨੇ ਨਾ ਦੇਖਦਿਆਂ ਉਹਨਾਂ ਨੇ ਜਿਸ ਲਈ ਬੈਅਤ ਕੀਤੀ ਤੇ ਮੇਰੀ ਅੰਮੀ ਦੀ ਦਾਦੀ ਜਾਨ ਜਿਹੜੇ ਸਨ, ਉਹਨਾਂ ਦਾ ਨਾਂ ਸੀ ਦਾਈ ਅੱਲਾ ਰੱਖੀ। ਉਹ ਖਾਨਦਾਨ ਬਾਅਦ ਵਿੱਚ ਹਜ਼ਰਤ ਖਲੀਫਤੁਲ ਮਸੀਹ ਸਾਨੀ ਦੇ ਬੇਟੇ ਹਜ਼ਰਤ ਮਿਰਜ਼ਾ ਮੀਆਂ ਮੁਹੰਮਦ ਹਨੀਫ ਸਾਹਿਬ, ਉਹਨਾਂ ਦੀ ਉਹ ਰਜ਼ਾਈ ਮਾਂ ਵੀ ਬਣੀ। ਉਹਨਾਂ ਨੂੰ ਆਪਣਾ ਦੁੱਧ ਪਿਲਾਇਆ ਸੀ ਉਹਨਾਂ ਨੂੰ। ਤੇ ਉਹ ਸਾਡੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਤਾਰੀਖ ਅਹਿਮਦੀਅਤ ਵਿੱਚ ਉਹਨਾਂ ਦਾ ਦਾਈ ਅੱਲਾ ਰੱਖੀ ਦੇ ਨਾਂ ਤੋਂ ਮਸ਼ਹੂਰ ਨੇ। ਉਹ ਖਾਨਦਾਨ ਦੇ ਵਿੱਚ ਉਹਨਾਂ ਨੇ ਆਪਣਾ ਇਹ ਖਿਦਮਤ ਅੰਜਾਮ ਦਿੱਤੀ ਹੈ। ਅੱਲਾਹ ਤਾਲਾ ਦਾ ਉਹਨਾਂ ਦਾ ਵੀ ਬੜਾ ਫਜ਼ਲ ਹੈ। ਉਹ ਇਸ ਤਰ੍ਹਾਂ ਸੀ ਕਿ ਜਿਸ ਵਕਤ ਉਹਨਾਂ ਨੇ ਬੈਅਤ ਕੀਤੀ, ਉਹ ਵੀ ਬੈਅਤ ਨਹੀਂ ਸੀ ਨਾ ਕਰਦੇ। ਜਿਸ ਵੇਲੇ ਬੈਅਤ ਦਾਦੇ ਨਾਨੇ ਭਾਈ ਨੇ ਮੇਰੇ ਨੇ ਬੈਅਤ ਕਰ ਲਈ ਤੇ ਉਹ ਨਹੀਂ ਸੀ ਕਰਦੇ। ਉਹਨਾਂ ਨੇ ਇੱਕ ਦਿਨ ਦੇਖਿਆ ਕਿ ਖਾਬ ਆਈ ਉਹਨਾਂ ਨੂੰ, ਤੇ ਖਾਬ ਵਿੱਚ ਉਹ ਜ਼ਮੀਨ ਦੇ ਅੰਦਰ ਧਸ ਗਏ ਨੇ। ਉਹ ਜ਼ਮੀਨ ਦੇ ਅੰਦਰ ਇੰਨਾ ਧਸ ਗਏ ਕਿ ਜਿੱਥੋਂ ਵੀ ਉਹ ਜਿਸ ਤਰ੍ਹਾਂ ਇੱਕ ਦਲਦਲ ਹੁੰਦੀ ਹੈ, ਉਸ ਤਰ੍ਹਾਂ ਜਿਸ ਤਰ੍ਹਾਂ ਉਹ ਹੱਥ ਮਾਰਦੇ ਨੇ, ਉਸੇ ਤਰ੍ਹਾਂ ਹੀ ਉਹ ਜ਼ਮੀਨ ਹੀ ਧਸੀ ਜਾਂਦੇ ਨੇ। ਤੇ ਹਜ਼ਰਤ ਖਲੀਫਤੁਲ ਮਸੀਹ ਸਾਨੀ ਆਉਂਦੇ ਨੇ ਤੇ ਤਸ਼ਰੀਫ ਲਿਆਉਂਦੇ ਨੇ, ਤੇ ਉਹ ਇਸ ਤਰ੍ਹਾਂ ਕਰਕੇ ਉਹਨਾਂ ਦਾ ਹੱਥ ਪਕੜਦੇ ਨੇ ਤੇ ਉਹਨਾਂ ਨੂੰ ਬਾਹਰ ਕੱਢਦੇ ਨੇ। ਉਹਨਾਂ ਨੇ ਜਿਸ ਵੇਲੇ ਬਾਹਰ ਕੱਢਿਆ ਤੇ ਕਹਿੰਦੇ ਵੀ ਹੁਣ ਕੋਈ ਹਾਲ ਨਹੀਂ, ਹੁਣ ਮੈਂ ਬਸ ਮੇਰੀ ਬੈਅਤ ਹੋ ਗਈ। ਉਹ ਫਿਰ ਦਾਦੀ ਨੇ ਬੈਅਤ ਕੀਤੀ, ਉਸ ਵਕਤ ਉਹਨਾਂ ਨੇ ਬੈਅਤ ਕਰ ਲਈ।
ਅੱਛਾ, ਉਹ ਮੇਰੀ ਵਾਲਦਾ ਦੀ ਦਾਦੀ ਅੰਮੀ ਜਿਹੜੀ ਸਨ ਨਾ, ਉਹ ਜਦੋਂ ਅਹਿਮਦੀ ਨਹੀਂ ਸਨ ਨਾ, ਤੇ ਜਿਹੜੀ ਕਾਦੀਆਨ ਦੀ ਇੱਕ ਢਾਬ ਸੀ, ਬਾਹਰ ਨਿਕਲ ਕੇ ਤੇ ਉੱਥੋਂ ਹਜ਼ਰਤ ਖਲੀਫਾਤੁਲ ਮਸੀਹ ਸਾਨੀ ਉਦੋਂ ਬਹੁਤ ਛੋਟੇ ਸੀ, ਤੇ ਇਹ ਉੱਥੋਂ ਜਾ ਕੇ ਤੇ ਉਹ ਪੀਲੇ ਭੂਣ ਜਿਹੜੀ ਡੇਮੂ ਜਾਂ ਭੂਣ ਉਹ ਫੜਦੇ ਹੁੰਦੇ ਸੀ ਢਾਬ ਤੇ। ਹਜ਼ਰਤ ਖਲੀਫਾ ਸਾਨੀ ਵੀ ਉਦੋਂ ਬੱਚੇ ਜਦੋਂ ਉੱਥੋਂ ਹੀ, ਤੇ ਇਹਨਾਂ ਨੂੰ ਜਿਸਲੇ ਕਹਿਣਾ ਕਿ ਹਜ਼ੂਰ ਨੇ ਉਦੋਂ ਮੀਆਂ ਸਾਹਿਬ ਸੀ, ਮੀਆਂ ਸਾਹਿਬ ਨੇ ਕਹਿਣਾ ਕਿ ਤੁਹਾਨੂੰ ਲੜਦੀ ਹੈ, ਮੈਨੂੰ ਨਹੀਂ ਲੜਦੀ। ਇਹਨਾਂ ਨੇ ਉੱਥੋਂ ਭੂੰਡ ਜਾ ਕੇ ਫੜਨੇ ਤੇ ਉਹ ਢਾਬ ਤੋਂ ਉੱਤੋਂ, ਤੇ ਇਹਨਾਂ ਨੇ ਬਹੁਤ ਤੰਗ ਕਰਨਾ। ਉਹ ਵੀ ਇਹ ਗੱਲ ਤੇ ਤਾਰੀਖ ਵਿੱਚ ਲਿਖੀ ਹੈ, ਜਮਾਤੀ ਤਾਰੀਖ ਵਿੱਚ ਲਿਖੀ ਹੈ, ਛੋਟੀ ਜਿਹੀ ਗੱਲ ਨਾ। ਤੇ ਇਹ ਜਦੋਂ ਹਜ਼ੂਰ ਨੇ ਉਦੋਂ ਅਹਿਮਦੀ ਨਹੀਂ ਸੀ, ਤੇ ਹਜ਼ੂਰ ਨੇ ਜਾਣਾ ਤੇ ਮਸੀਹ ਮੌਦ ਅਲੈਹਿਸਲਾਮ ਨੇ, ਤੇ ਇਹਨਾਂ ਨੇ ਕਹਿਣਾ ਕਿ ਮਿਰਜ਼ਾ ਮਿਰਜ਼ਾ ਘੋੜੇ ਦਾ ਵਾਲ ਦੇ ਜਾ, ਘੋੜੇ ਦਾ ਵਾਲ ਅਸੀਂ ਡੇਮੂ ਫੜਨੇ ਆ। ਉਹ ਜਿਹੜੇ ਦਾਈ ਅੱਲਾ ਰੱਖੀ ਮੈਂ ਕਹਿ ਉਹਨਾਂ ਦੇ ਅੱਗੇ ਜ਼ਿਕਰ ਕੀਤਾ ਹੈ ਨਾ, ਉਹ ਉਹਨਾਂ ਦੀ ਉਮਰ 116 ਸਾਲ ਹੋਈ ਹੈ। ਮੇਰੇ ਅੱਬਾ ਜੀ ਦਾ ਨਾਂ ਸ਼ੇਖ ਮੁਹੰਮਦ ਰਸ਼ੀਦ ਅਹਿਮਦ ਸੀ। ਸ਼ੇਖ ਰਸ਼ੀਦ ਅਹਿਮਦ ਮੇਰੇ ਅੱਬਾ ਜੀ ਵੱਡੇ ਵੱਡੇ ਔਲਾਦ ਵਿੱਚੋਂ ਵੱਡੇ ਸਨ, ਤੇ ਇਹ ਜੁੜਵਾਂ ਭਾਈ ਸੀ। ਮੇਰੇ ਅੱਬਾ ਜੀ ਅੱਲਾਹ ਤਾਲਾ ਦੇ ਫਜ਼ਲ ਨਾਲ ਪੂਰੀ ਜ਼ਿੰਦਗੀ ਆਪਣੀ ਜਿੰਨੀ ਜ਼ਿਕਰ ਉਹਨਾਂ ਨੇ ਆਪਣੇ ਪੈਰਾਂ ਤੇ ਕਾਇਮ ਰਹੇ ਨੇ। ਉਹ ਜਮਾਤ ਦੇ ਸਦਰ ਜਮਾਤ ਰਹੇ ਨੇ, ਸਦਰ ਜਮਾਤ ਹਲਕਾ ਇਸਲਾਮੀ ਕਾਲਜ। ਕਾਫੀ ਲੰਬਾ ਅਰਸਾ ਉਹਨਾਂ ਨੇ ਇਹ ਖਿਦਮਤ ਕੀਤੀ। ਤੇ ਮੇਰੇ ਅੱਬਾ ਜੀ ਨੇ, ਅਸੀਂ 6 ਭਾਈ ਸਾਂ, ਤੇ 1974 ਵਿੱਚ ਅਸੀਂ 4 ਭਾਈ ਜਿਹੜੇ ਨਾ, 3 ਭਾਈ ਅਸੀਂ ਇੱਕੋ ਜਿਹੇ ਹੋ ਗਏ। ਬਿਲਕੁਲ ਉਹ ਟਾਈਮ ਅੱਬਾ ਜੀ ਦੇ ਉੱਤੇ ਇੱਕ ਐਸਾ ਸੀ ਕਿ ਉਹ ਜਿਸ ਤਰ੍ਹਾਂ ਪੰਜਾਬੀ 'ਚ ਕਿਹਾ ਜਾਂਦਾ ਨਾ ਕਿ ਇੱਕ ਇਮਤਿਹਾਨ ਦਾ ਟਾਈਮ ਸੀ। ਸੰਨ 74 ਜਿਸ ਵੇਲੇ ਆਇਆ ਤੇ ਕੁਛ ਮਾਲੀ ਹਾਲਾਤ ਕੋਈ ਐਡੀ ਖਾਸ, ਮਤਲਬ ਇਹ ਕਿ ਸਿਰਫ ਇੱਕ ਸਫੈਦ ਗਰੀਬ ਪਰਵਰ ਜਿਸ ਤਰ੍ਹਾਂ ਇੱਕ ਇਨਸਾਨ ਹੁੰਦਾ, ਤੇ ਉਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਸੀ। ਤੇ ਸੰਨ 74 ਆ ਗਿਆ। ਸੰਨ 74 'ਚ ਆ ਗਿਆ ਤੇ ਹਰ ਚੀਜ਼ ਜਿਹੜੀ ਹੈ ਨਾ ਉਹ ਜਲ ਗਈ। ਜਿਸ ਘਰ 'ਚ ਮੇਰੇ ਮਾਮਾ ਜੀ ਦਾ ਘਰ ਸੀ, ਮੇਰੇ ਸੁਸਰ ਸੀ ਸਨ, ਉਹਨਾਂ ਦਾ ਘਰ ਜਲ ਗਿਆ। ਮੈਂ ਉਸ ਰਾਤ ਉੱਥੇ ਸੀ 29 ਮਈ ਨੂੰ। ਉਹਨਾਂ ਦਾ 30 ਮਈ ਨੂੰ ਉਹਨਾਂ ਦਾ ਘਰ ਜਿਸਲੇ ਸੜਿਆ, ਉਹਦੇ 'ਚ ਹਰ ਚੀਜ਼, ਕੋਈ ਚੀਜ਼ ਨਹੀਂ ਬਚੀ। ਇੱਕ ਕੁਰਾਨ ਕਰੀਮ ਇੱਕ ਬਚਿਆ ਸੀ, ਤੇ ਇੱਕ ਹਜ਼ਰਤ ਖਲੀਫਾਤੁਲ ਮਸੀਹ ਸਾਨੀ ਦਾ ਤਬਰਕ ਸੀ ਪਜਾਮਾ, ਉਹ ਇੱਕ ਜਗ੍ਹਾ ਤੇ ਪਿਆ ਸੀ, ਉਹ ਬਚ ਗਿਆ ਸੀ। ਉਹਨਾਂ ਦੀ ਕੋਈ ਚੀਜ਼, ਇੱਕ ਕੌਲੀ ਵੀ ਨਹੀਂ ਸੀ ਉਹਨਾਂ ਦੀ, ਇੱਕ ਚਮਚੀ ਵੀ ਨਹੀਂ ਸੀ ਬਚੀ। ਤੇ ਮੈਂ ਜੁਮੇ ਵਾਲਾ ਦਿਨ ਸੀ ਜਿਸ ਵਕਤ ਲੋਕ 30 ਮਈ ਨੂੰ ਜੁਮਾ ਪੜ੍ਹ ਕੇ ਬਾਹਰ ਨਿਕਲੇ, ਤੇ ਸਾਡੀ ਜਿਸ ਜਗ੍ਹਾ ਤੇ ਸਾਡੀ ਰਿਹਾਇਸ਼ ਸੀ, ਉਹ ਕੋਠੀ ਨੰਬਰ 25 ਨਿਊ ਸਿਵਲ ਲਾਈਨ ਫੈਸਲਾਬਾਦ, ਉਹ ਦੋ ਸੜਕਾਂ ਦੇ ਸੰਗਮ 'ਚ ਸੀ। ਦੋ ਸੜਕਾਂ ਲੱਗਦੀਆਂ ਸੀ ਉਹਨਾਂ ਨੂੰ, ਮੇਨ 2 ਸੜਕਾਂ, ਕਾਫੀ ਵੱਡੀ ਕੋਠੀ ਸੀ। ਇੱਕ ਸਾਈਡ ਤੋਂ ਗੇਟ ਲੱਗਾ ਸੀ ਜਿੱਧਰ ਗੱਡੀ ਵਗੈਰਾ ਹੁੰਦੀ ਸੀ, ਉਧਰੋਂ ਜਲੂਸ ਆ ਗਿਆ। ਅਸੀਂ ਜੁਮਾ ਪੜ੍ਹ ਕੇ ਆਏ ਹਾਂ ਤੇ ਕੋਈ ਤਕਰੀਬਨ 600-700 ਬੰਦੇ। ਤੇ ਕਿਸਮਤ ਸਾਡੀ ਮਾੜੀ ਕਿ ਪਰਲੇ ਪਾਸੇ ਸੜਕ ਬਣ ਰਹੀ ਸੀ ਜਿੱਧਰ ਗੇਟ ਸੀ। ਗੇਟ ਉਧਰ ਸੜਕ ਬਣ ਰਹੀ ਸੀ, ਤੇ ਉਹ ਚਨਿਓੜ ਦੇ ਜਾਂ ਰੱਬੇ ਦੇ ਜਿਹੜੇ ਪੱਥਰ ਸੀ ਨਾ, ਪਹਾੜ ਦੇ ਜਿਹੜੇ ਵੱਡੇ, ਉਹ ਟਰੱਕ ਲਾ ਕੇ ਜਾਂਦੇ ਸੀ ਤੇ ਢੇਰ ਲੱਗੇ ਸੀ। ਉਹ ਸਾਰੇ ਪੱਥਰ ਸਾਡੀ ਕੋਠੀ 'ਚ ਹੀ ਆਏ। ਫਿਰ ਇਤਨਾ ਪਥਰਾਓ ਹੋਇਆ ਕਿ ਬੰਦਾ ਸੋਚ ਵੀ ਨਹੀਂ ਸਕਦਾ। ਤੇ ਅੱਲਾਹ ਤਾਲਾ ਨੇ ਉਹ ਘੜੀ ਨੂੰ ਕਿਸ ਤਰ੍ਹਾਂ, ਮਤਲਬ ਇਹ ਕਿ ਮੇਰੇ ਅੱਬਾ ਜੀ ਦੀ ਇੱਕ ਜ਼ਹਾਨਤ ਨੇ, ਜਾਂ ਜਿਸ ਤਰ੍ਹਾਂ ਵੀ ਉਹ ਇੱਕ ਇਲਾਹੀ ਤਕਦੀਰ ਨੇ, ਉਸ ਵਕਤ ਆਪਣੇ ਬੱਚਿਆਂ ਨੂੰ ਵੀ ਸੰਭਾਲਿਆ, ਉਸ ਮੌਤ ਨੂੰ ਵੀ ਸੰਭਾਲਿਆ। ਉਹ ਸੂਰਤ ਹਾਲ ਜਿਸ ਤਰ੍ਹਾਂ ਦੀ ਸੀ, ਉਹ ਲਫ਼ਜ਼ਾਂ 'ਚ ਬਿਆਨ ਹੋ ਨਹੀਂ ਸਕਦੀ। ਤੇ ਮੈਂ ਵੱਡਾ ਵੀ ਸੀ, ਤੇ ਮੈਂ ਜ਼ਰਾ ਜ਼ਿਆਦਾ ਤੇਜ਼ ਵੀ ਸੀ। ਮੇਰੇ ਕੋਲ ਬਰਦਾਸ਼ਤ ਨਹੀਂ ਸੀ ਹੁੰਦੀ ਕੋਈ ਇਸ ਤਰ੍ਹਾਂ ਦੀ ਸੂਰਤ ਹਾਲ। ਕੋਈ ਜਿਸਮਾਨੀ ਕੁਵਤ ਇਸ ਤਰ੍ਹਾਂ ਦੀ ਸੀ ਕਿ ਬਿਲਕੁਲ ਨਾ, 2-3 ਬੰਦੇ ਕੁਛ ਨਹੀਂ ਸੀ ਮੈਨੂੰ ਕਰ ਸਕਦੇ। ਮੇਰੇ ਛੋਟੇ ਭਾਈ ਦਾ ਇੱਕ ਹੈ ਸੀ ਕਲਾਸ ਫੈਲੋ, ਉਹ 4ਥੀ ਜਮਾਤ ਪੜ੍ਹਦਾ ਸੀ ਕਿ 5ਵੀਂ 'ਚ ਪੜ੍ਹਦਾ ਸੀ। ਉਸਨੇ ਆ ਕੇ ਨਾ ਪਹਿਲੇ ਪੱਥਰ ਮਾਰਨ ਤੋਂ ਇਲਾਵਾ ਨਾ, ਉਹਨੇ ਫਿਜ਼ੀਕਲ ਅਟੈਕ ਕੀਤਾ ਸਾਡੇ ਤੇ। ਉਹਨੇ ਪਹਿਲੇ ਜਿਸਲੇ ਅਟੈਕ ਕਰ ਲਿਆ ਨਾ, ਉਹਦੀ ਕਿਸਮਤ ਮਾੜੀ। ਮੈਂ ਉਹਨੂੰ ਉਹਦੇ ਪੇਟ 'ਚ ਟੱਕਰ ਮਾਰ ਕੇ ਉਹਨੇ ਸੀਨੇ ਤੇ ਉਹਨੂੰ ਇਤਨੀ ਦੂਰ ਸੁੱਟਿਆ ਕਿ ਉਹ ਜਿਹੜੇ ਬੀਟੇ ਸੀ ਨਾ, ਪੱਥਰ ਜਿਹੜੇ ਪਏ ਸੀ,
ਉਹ ਤਕਰੀਬਨ 10 ਮੀਟਰ ਦੂਰ ਗਿਆ, 8 ਮੀਟਰ। ਉਹ ਜਿਸਲੇ ਉਹਨਾਂ ਨੇ ਵੇਖਿਆ ਕਿ ਨਵਾਜ਼ ਉਹਦਾ ਨਾਂ ਸੀ, ਕਿ ਉਹਦੇ ਮੂੰਹ ਚੋਂ ਖੂਨ ਨਿਕਲਣ ਲੱਗ ਪਿਆ, ਉਹਨੂੰ ਫੜ ਫੁੜ ਕੇ ਲੈ ਗਏ ਚੁੱਕ ਕੇ। ਉਹ ਮਜਮਾ ਜਿਹੜਾ ਨਾ ਉਹ 600-700 ਦਾ ਰਹਿ ਗਿਆ, 250-300 ਬੰਦਾ ਰਹਿ ਗਿਆ, ਲੇਕਿਨ ਅਜੇ ਵੀ ਪੱਥਰ ਪੈ ਰਹੇ ਸੀ। ਤੇ ਮੇਰੇ ਅੱਬਾ ਜੀ ਨੇ ਪਿੱਛੋਂ ਦੀ ਆ ਕੇ ਤੇ ਮਤਲਬ ਇੱਕ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦੂਸਰੀ ਸੜਕ ਤੋਂ ਆਈ, ਉਹਨਾਂ ਨੇ ਫਿਰ ਦੂਸਰੀ ਸੜਕ ਤੋਂ ਜਾ ਕੇ ਪੁਲਿਸ ਨੂੰ ਕੰਟਰੋਲ ਕੀਤੀ। ਪੁਲਿਸ ਨੇ ਉਹ ਮੌਪ ਜਿਹੜਾ ਨਾ ਤਕਰੀਬਨ 6-7 ਘੰਟੇ ਅਸੀਂ ਆਪਣੀ ਜ਼ਿੰਦਗੀ ਮੌਤ ਦੀ ਕਸ਼ਮਕਸ਼ 'ਚ ਰਹੇ ਸੀ। ਤੇ ਰਾਤ ਨੂੰ ਫਿਰ ਕੋਈ ਪੁਲਿਸ ਨੇ ਉੱਥੇ ਸਾਡੇ ਘਰ, ਕਿਉਂਕਿ ਉਹ ਕੋਠੀ ਜਿਹੜੀ ਆ ਉਹ ਕਾਜ਼ੀ ਮੁਹੰਮਦ ਸ਼ਰੀਫ ਸਾਹਿਬ ਦੀ ਕੋਠੀ ਸੀ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ। ਬ੍ਰਿਗੇਡੀਅਰ ਸਾਹਿਬ ਸੀ, ਬ੍ਰਿਗੇਡੀਅਰ ਅਰਸ਼ਦ ਮਹਿਮੂਦ ਸਾਹਿਬ, ਉਹਨਾਂ ਦਾ ਵਾਲਿਦ ਸਾਹਿਬ ਸਨ। ਤੇ ਸਾਡੀ ਜਮਾਤ ਵਿੱਚ ਉਹਨਾਂ ਦੇ ਭਾਈ MJ ਅਸਦ ਸਾਹਿਬ ਦੇ ਨਾਂ ਤੋਂ ਵੀ ਬੜੇ ਮਸ਼ਹੂਰ ਨੇ। ਅੱਲਾਹ ਤਾਲਾ ਉਹਨਾਂ ਦੀ ਸਿਹਤ ਤੰਦਰੁਸਤੀ ਦੇਵੇ। ਮੈਨੂੰ ਪਤਾ ਨਹੀਂ ਉਹਨਾਂ ਦਾ ਹੈ ਕਿ ਨਹੀਂ। ਉਹਨਾਂ ਦਾ ਖਾਨਦਾਨ ਕਾਜ਼ੀ ਸਾਹਿਬ ਦਾ ਵੀ ਬਹੁਤ ਆਲਾ ਖਾਨਦਾਨ, ਪੜ੍ਹਿਆ ਲਿਖਿਆ। ਉਹਨਾਂ ਦੇ ਵੀ ਇੱਕ ਡਾਕਟਰ ਮਹਿਮੂਦ ਸਾਹਿਬ ਪਹਿਲੀ 1954 ਵਿੱਚ ਪਹਿਲੀ ਕੁਐਟੇ ਦੀ ਸ਼ਹਾਦਤ ਜਿਹੜੀ ਆ ਉਹ ਉਹਨਾਂ ਦੀ ਬੇਟੇ ਦੀ ਸੀ। ਅਸੀਂ ਉਹਨਾਂ ਦੀ ਕੋਠੀ 'ਚ ਰਹਿੰਦੇ ਹੁੰਦੇ ਸਾਂ। ਉਹ ਬਹੁਤ ਹੀ ਬਾਵਕਾਰ ਇੱਕ ਖਾਨਦਾਨ ਸੀ। ਤੇ ਅੱਲਾਹ ਤਾਲਾ ਨੇ ਸੰਨ 74 ਵਿੱਚ ਤੇ ਬਿਲਕੁਲ ਇਸ ਤਰ੍ਹਾਂ ਦਾ ਸੀ ਕਿ ਕੋਈ ਲਮਹਾ ਵੀ ਐਸਾ ਨਹੀਂ ਸੀ। ਤੇ ਅੱਲਾਹ ਤਾਲਾ ਨੇ ਮਤਲਬ ਇੱਕ ਇਸ ਤਰ੍ਹਾਂ ਅੱਬਾ ਜੀ ਆਪਣੀ ਉਸ ਗੁਰਬਤ ਦੇ ਹਾਲਤ ਵਿੱਚ ਵੀ ਬਾਜ਼ਾਰ ਗਏ, ਬਾਜ਼ਾਰ ਤੋਂ ਬਿਹਤਰੀਨ ਖੂਬਸੂਰਤ, ਇੰਤਹਾਈ ਖੂਬਸੂਰਤ ਕੱਪੜੇ ਦਾ ਥਾਨ ਲਿਆਂਦਾ। ਥਾਨ ਲਿਆ ਕੇ ਸਾਡੇ ਸਾਰੇ ਭਾਈਆਂ ਨੂੰ ਅੱਬਾ ਜੀ ਨੇ ਸੂਟ ਸਵਾ ਕੇ ਦਿੱਤੇ ਕਿ ਮੇਰੇ ਬੱਚੇ ਬਾਹਰ ਨਿਕਲਣ ਤੇ ਕੋਈ ਇਹ ਨਾ ਕਵੇ ਕਿ ਇਹ ਅਹਿਮਦੀਆਂ ਦੇ ਬੱਚੇ ਆ ਤੇ ਇਹ ਕਮਜ਼ੋਰ ਨਜ਼ਰ ਆਉਂਦੇ ਨੇ। ਕਿਸੇ ਮੇਰੀ ਅੰਮੀ ਜਾਨ ਨੇ ਸਾਡੀ ਸਿਰ ਤੇ ਕੰਘੀ ਕਰਕੇ ਬਿਲਕੁਲ ਇਸ ਤਰ੍ਹਾਂ ਜਿਸ ਨੇ ਕਹਿਣਾ ਤੁਸੀਂ ਬਾਹਰ ਨਿਕਲਣਾ ਨਾ ਤੇ ਸੋਹਣੇ ਬਣ ਕੇ ਨਿਕਲਣਾ, ਬਿਲਕੁਲ ਕੋਈ ਤੁਹਾਡੇ ਇਹ ਨਾ ਹੋਵੇ ਕਿ ਇਹ ਅਹਿਮਦੀਆਂ ਦੇ ਬੱਚੇ ਆ ਤੇ ਤੁਹਾਨੂੰ ਡਾਊਨ ਨਜ਼ਰ ਆ ਰਹੇ ਨੇ। ਅਸੀਂ ਸਗੋਂ ਹੀ ਇੱਕ ਜਿਸ ਨੂੰ ਕਿ ਪੰਜਾਬੀ 'ਚ ਕਹਿੰਦੇ ਫੂਡ ਹੋ ਜਾਣਾ। ਮੈਂ ਤਾਂ ਖਾਸ ਤੌਰ ਤੇ ਮੇਰੇ ਅੰਦਰ ਹੈ ਸੀ ਹੈ ਕਿ ਮੈਂ ਫੌਰੀ ਤੌਰ ਤੇ ਨਾ ਅੰਮੀ ਨੇ ਕਹਿਣਾ, ਅੰਮੀ ਨੇ ਤੇਲ ਲਾ ਕੇ ਮੈਨੂੰ ਸੁਮੀ ਲੈ ਕੇ ਨਾ ਕਹਿਣਾ ਜਾ ਤੂੰ ਜਿੱਥੇ ਜਾਣਾ, ਮੈਂ ਬਾਹਰ ਜਾਣਾ। ਇਸੇ ਤਰ੍ਹਾਂ ਮੇਰੇ ਅੱਬਾ ਜੀ ਦਾ ਇੱਕ ਦੋਸਤ ਸੀ ਗੁਲਾਮ ਰਸੂਲ ਸਬਜ਼ੀ ਵਾਲਾ, ਬਹੁਤ ਹੀ ਗਹਿਰਾ ਦੋਸਤ ਸੀ। ਇੱਕ ਹੋਰ ਦੋਸਤ ਸੀ ਗੈਰਮ ਦੀ, ਮਾਸਟਰ ਲਾਲ ਖਾਨ। ਇਹਨਾਂ ਨੇ ਬਹੁਤ ਹੀ 1974 ਵਿੱਚ ਸਾਥ ਦਿੱਤਾ। ਕਹਿੰਦੇ ਸੀ ਕਿ ਇਸ ਛੋਟੀ ਸੜਕ ਵੱਲੋਂ ਰਸ਼ੀਦ ਤੇਰੇ ਤੇ ਕੋਈ ਹਮਲਾ ਨਹੀਂ ਹੋ ਸਕਦਾ, ਤੇ ਪਤਲੀ ਸੜਕ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ। ਇਸ ਵਕਤ ਉਹ ਇੱਕ ਦਿਨ ਰਾਤ ਨੂੰ ਕਾਫੀ 6-7 ਦਿਨ ਬਾਅਦ 10 ਦਿਨ ਬਾਅਦ ਇਹ ਦੂਸਰੀ ਸੜਕ ਜਿਹੜੀ ਸੀ ਛੋਟੀ, ਇਧਰੋਂ ਰਾਤ ਨੂੰ ਜਲੂਸ ਆਇਆ। ਤਕਰੀਬਨ ਇੱਕ ਹਫ਼ਤਾ ਲੰਘ ਗਿਆ ਸੀ ਦੂਸਰੀ ਸਾਈਡ ਤੋਂ। ਇਸ ਪਾਸੋਂ ਜਲੂਸ ਆਇਆ ਤੇ ਉਹ ਰਮਜ਼ਾਨ ਦੇ ਬੱਚੇ ਆ ਕੇ ਨਾ ਉਹ ਵੀ ਜਿਸ ਤਰ੍ਹਾਂ ਕਹਿੰਦੇ ਨਾ ਡਾਮਾਡੋਲ ਹੋ ਗਏ ਵੀ ਇਤਨੇ ਬੜਾ ਬੰਦੇ, ਇਤਨੇ ਬੜੇ ਗਾਲਾਂ ਪੈ ਰਹੀਆਂ ਨੇ, ਇਤਨੇ ਬੜਾ ਉਹਨਾਂ ਨੇ ਲਾਠੀਆਂ ਫੜੀਆਂ ਵਾ ਤੇ ਸਾਨੂੰ ਵੀ ਮਾਰ ਦੇਣਗੇ। ਉਹ ਫਿਰ ਰਮਜ਼ਾਨ ਜਿਹੜਾ ਵਾ ਅੱਲਾਹ ਤਾਲਾ ਉਹਨੂੰ ਜਜ਼ਾ ਦੇਵੇ, ਉਹ ਫਿਰ ਨਾ ਉਹਨੇ ਧੋਤੀ ਬੰਨੀ ਸੀ ਤੇ ਉਹਨੇ ਵਿੱਚੋਂ ਦੀ ਹੱਥ ਪਾ ਕੇ ਧੋਤੀ ਉੱਤੇ ਲੰਗੋਟਾ ਜਿਸ ਤਰ੍ਹਾਂ ਕੱਸੀ ਦਾ ਨਾ ਕੱਸ ਲਿਆ। ਉਹਨੇ ਕਿਹਾ ਵੀ ਇਹ ਜੇ ਲਕੀਰ ਇਹਦੇ ਤੋਂ ਅੱਗੇ ਜਿਹੜਾ ਬੰਦਾ ਲੰਘ ਗਿਆ ਉਹ ਤੁਹਾਡਾ, ਲੰਘ ਕੇ ਵਿਖਾ। ਜਿਹੜਾ ਸ਼ੇਖ ਰਸ਼ੀਦ ਵੱਲ ਚਲਾ ਗਿਆ ਉਹ ਨਹੀਂ ਵਾਪਸ ਆ ਸਕਦਾ, ਮੈਂ ਤੁਹਾਨੂੰ ਇਹ ਗਰੰਟੀ ਦੇਣਾ। ਅੱਗੇ ਤੁਸੀਂ ਜਾਣਾ ਤੁਹਾਡਾ ਕੰਮ ਆ, ਇੱਥੋਂ ਮਾਂ ਦੇ ਪੁੱਤਰੋ ਵਾਪਸ ਚਲੇ ਜਾਓ ਤੇ ਤੁਹਾਡੀ ਜ਼ਿੰਦਗੀ, ਨਹੀਂ ਤੇ ਨਹੀਂ। ਉਸ ਦੂਸਰੀ ਸੜਕ ਤੋਂ ਦੂਸਰੀ ਸਾਈਡ ਤੋਂ ਉਹਨਾਂ ਨੇ ਰੋਕਿਆ। ਇੱਧਰੋਂ ਅੱਲਾਹ ਤਾਲਾ ਨੇ ਰਾਤ ਦਾ ਇਹ ਵੀ ਇਹ ਦੂਸਰਾ ਹਮਲਾ ਵੀ ਜਿਹੜਾ ਬੜਾ ਭਰਪੂਰ ਹਮਲਾ ਸੀ ਉਹਨਾਂ ਦਾ, ਪੂਰਾ ਹੀ ਇੱਕ ਹਰ ਪਾਸੋਂ ਮੌਲਵੀਆਂ ਨੇ ਇਕੱਠਿਆਂ ਕਰਕੇ ਉਹਨਾਂ ਨੂੰ ਹਮਲਾ, ਦੋ ਪਾਸੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅੱਲਾਹ ਤਾਲਾ ਨੇ ਉਸ ਰਾਤ ਸਾਨੂੰ ਉਧਰੋਂ ਵੀ ਬਚਾਇਆ। ਫਿਰ ਮਸਜਿਦ ਵਿੱਚ ਸੰਨ 74 ਵਿੱਚ ਅਮੀਰ ਸਾਹਿਬ ਨੇ ਖਾਸ ਤੌਰ ਤੇ ਮੇਰੇ ਅੱਬਾ ਜੀ ਕੋਲੋਂ ਮਤਲਬ ਇੱਕ ਨੈਸ਼ਨਲ ਅਮਲਾ ਦੇ ਵਿੱਚ ਵੀ ਉਠਾ ਕੇ ਸਾਰਾ ਪੁੱਛਿਆ ਕਿਸ ਤਰ੍ਹਾਂ ਦੀ ਸੂਰਤ ਹਾਲ ਆ। ਅੱਬਾ ਜੀ ਨੇ ਆਪਣੇ ਮਹੱਲੇ ਦੀ ਸਾਰੀ ਸੂਰਤ ਹਾਲ ਜਮਾਤ ਦੀ ਰਿਪੋਰਟ ਜਿਹੜੀ ਦਿੱਤੀ ਤੇ ਅੱਬਾ ਜੀ ਨੇ ਕਿਹਾ ਕਿ ਅਮੀਰ ਸਾਹਿਬ ਸ਼ੇਖ ਮੁਹੰਮਦ ਬਦਰ ਸਾਹਿਬ ਆਪਣੇ ਪੂਰੇ ਤਾਮਨ ਦੀ ਯਕੀਨ ਦਹਾਨੀ ਕਰਾਈ। ਅਮੀਰ ਸਾਹਿਬ ਬਹੁਤ ਖੁਸ਼ ਹੋਏ। ਅਮੀਰ ਸਾਹਿਬ ਨੇ ਸਾਡੀਆਂ ਡਿਊਟੀਆਂ ਉਸ ਜਗ੍ਹਾ ਤੇ ਲਗਾਈਆਂ ਜਿੱਥੋਂ ਜਿਸ ਤਰ੍ਹਾਂ ਮਤਲਬ ਕਹਿਣਾ ਕਿ ਜਿੱਥੇ ਕੋਈ ਨਾ ਜਾਵੇ ਉੱਥੇ ਸ਼ੇਖ ਰਸ਼ੀਦ ਦੇ ਬੱਚੇ ਜਾਂਦੇ। ਮੇਰੀ ਅੰਮੀ ਨੇ ਬਹੁਤ ਸਾਥ ਦਿੱਤਾ। ਮੇਰੀ ਅੰਮੀ ਨੇ ਕਿਹਾ ਕਦੀ ਵੀ ਜਿਸ ਵਕਤ ਵੀ ਜਾਣਾ, ਜਮਾਤ ਦੀ ਜ਼ਰੂਰਤ ਪਵੇ, ਜਮਾਤ ਨੂੰ ਸੀਨੇ ਆਦਰ। ਅੰਮੀ ਜੀ ਨੇ ਬਿਲਕੁਲ ਸਾਨੂੰ ਜਿਸ ਤਰ੍ਹਾਂ ਇੱਕ
ਨਵਾ ਧਵਾ ਕੇ ਤਿਆਰ ਕਰਕੇ ਨਾ ਬਿਲਕੁਲ ਇਸ ਤਰ੍ਹਾਂ ਅਸੀਂ ਵੱਡੇ ਵੀ ਹੋ ਗਏ, ਲੇਕਿਨ ਫਿਰ ਵੀ ਅੰਮੀ ਜਾਨ ਨੇ ਨਾ ਮੇਰੀ ਨੇ ਬਹੁਤ ਹੀ, ਅੰਮੀ ਨੇ ਜਦੋਂ ਖਾਸ ਤੌਰ ਤੇ ਮਸਜਿਦ ਤੇ ਜਾਣਾ ਡਿਊਟੀ ਦੇਣ, ਇਸ ਤਰ੍ਹਾਂ ਜਿਸ ਤਰ੍ਹਾਂ ਇਨਸਾਨ ਕਹਿੰਦੇ ਨੇ ਕਿ ਲਿਸ਼ਕਦਾ ਹੋਵੇ, ਉਸ ਤਰ੍ਹਾਂ ਹੀ ਅੰਮੀ ਜਾਨ ਨੇ ਭੇਜਣਾ ਸਾਨੂੰ। ਅੱਬਾ ਜੀ ਨੇ ਮਤਲਬ ਸਾਨੂੰ ਮਸਜਿਦ ਦੇ, ਸਾਡੇ ਕੋਲ ਸਾਈਕਲ ਵੀ ਸੀ, ਮੋਟਰਸਾਈਕਲਾਂ ਤੇ ਬਾਅਦ ਵਿੱਚ ਆਈਆਂ, ਸਾਈਕਲ ਤੇ ਜਾਣਾ। ਜਿਸ ਦਿਨ ਇਲਿਆਸ ਮੁਨੀਰ ਸਾਹਿਬ ਵਾਲਾ ਵਾਕਿਆ ਆਇਆ, ਮੈਨੂੰ ਅਮੀਰ ਸਾਹਿਬ ਦੇ ਬੇਟੇ ਜਿਹੜੇ ਸੀ ਨਾ, ਉਹ ਸ਼ੇਖ ਮੁਜ਼ੱਫਰ ਸਾਹਿਬ, ਮੈਂ ਡਿਊਟੀ ਤੇ ਸੀ ਉਸ ਦਿਨ। ਸਾਡੀ ਮਸਜਿਦ ਫਜ਼ਲ ਅਮੀਪੁਰ ਬਾਜ਼ਾਰ ਫੈਸਲਾਬਾਦ, ਉਹਨਾਂ ਨੇ ਨਾ ਕਲਮਾ ਮਟਾਉਣ ਆਏ ਅੰਦਰ। ਅਸੀਂ ਸਾਰੇ ਸਜਦੇ 'ਚ ਪਏ ਸੀ। ਮੇਰੀ ਡਿਊਟੀ ਉੱਪਰ ਮੀਨਾਰ ਸੀ, ਜਿੱਥੇ ਮੀਨਾਰ ਸੀ ਸਾਡੇ, ਉੱਥੇ ਸੀ। ਮੇਰੇ ਭਾਈ ਛੋਟੇ ਆਰਫ ਦੀ ਡਿਊਟੀ ਵੀ ਮੀਨਾਰ ਸੀ। ਮੈਨੂੰ ਅਮੀਰ ਸਾਹਿਬ ਨੇ ਬੁਲਾਇਆ ਨੀਚੇ, ਤੇ ਇਹ ਮੈਨੂੰ ਸਾਰੀ ਸਿਚੁਏਸ਼ਨ ਉਹਨਾਂ ਨੇ ਦੱਸੀ। ਮੈਂ ਉਸ ਵਕਤ ਨਾਇਬ ਨਾਜ਼ਮ ਉਮੂਮੀ ਸੀ ਫੈਸਲਾਬਾਦ ਦਾ। ਮੈਨੂੰ ਉਹਨਾਂ ਨੇ ਸਾਰੀ ਸੂਰਤ ਹਾਲ ਦੱਸੀ ਕਿ ਇਸ ਤਰ੍ਹਾਂ ਇੱਕ ਵਾਕਿਆ ਹੋ ਗਿਆ ਸਾਹੀਵਾਲ 'ਚ, ਤੇ ਤੁਸੀਂ ਜਾਣਾ, ਇੱਕ ਖਾਦਮ ਹੋਰ ਲੈ ਲਾ ਨਾਲ, ਜਿਹੜਾ ਤੇਰਾ ਦਿਲ ਕਰ ਲੋ। ਉਸ ਵਕਤ ਮੇਰੇ ਨਾਲ ਇੱਕ ਮੇਰਾ ਦੋਸਤ ਸੀ, ਦੋਸਤ ਨਹੀਂ ਜਮਾਤੀ ਦੋਸਤ ਸੀ, ਭਾਈ ਸੀ, ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਚੱਲਣਾ। ਮੈਂ ਤਕਰੀਬਨ ਫੈਸਲਾਬਾਦ ਤੋਂ ਬਾਹਰ ਕੀ, ਮੈਂ ਪਾਕਿਸਤਾਨ ਦਾ ਅਕਸਰ ਹਿੱਸਾ, ਸੂਬਾ ਸਰਹੱਦ ਹੋਵੇ ਜਾਂ ਬਲੋਚਿਸਤਾਨ ਜਾਂ ਸਿੰਧ, ਪੰਜਾਬ ਤੇ ਸਾਰਾ ਹੀ ਮੈਂ ਸਾਰਾ ਹੀ ਦੇਖਿਆ ਤਕਰੀਬਨ। ਤੇ ਪੰਜਾਬ ਦੇ 2 ਜ਼ਿਲ੍ਹੇ ਜਿਹੜੇ ਆ, ਸਿਆਲਕੋਟ ਤੇ ਸਾਹੀਵਾਲ, ਨਹੀਂ ਸੀ ਪਹਿਲੇ ਵੇਖੇ। ਇਹ ਸਾਹੀਵਾਲ ਮੈਂ ਉਸ ਦਿਨ ਵੇਖਿਆ। ਮੈਂ ਉਸ ਰਾਤ ਫਿਰ ਘਰ ਆਇਆ, ਮੈਂ ਵਾਪਸ ਆ ਕੇ ਮੈਂ ਕੁਝ ਸਮਾਨ ਪੈਸਾ ਵਗੈਰਾ ਲੈ, ਡਾਰੀ ਅੱਡੇ ਤੇ ਗਏ ਅਸੀਂ ਦੋਵੇਂ ਜਾਣੇ। ਇੱਕ ਅਜਨਬੀ ਸ਼ਹਿਰ ਵਿੱਚ ਜਾਣਾ ਹੋਵੇ ਤੇ ਉੱਥੇ ਵਾਕਿਆ ਹੋਇਆ ਹੋਵੇ ਤੇ ਕਿਸ ਤਰ੍ਹਾਂ ਦੀ ਸੂਰਤ ਹਾਲ ਜਾਵੇ ਬੰਦਾ ਇਸ ਕੰਮ ਲਈ। ਤੇ ਕੋਈ ਕਿਸੇ ਕਿਸਮ ਦਾ ਤਹਿਰੀਰੀ ਕੋਈ ਲਿਫਾਫਾ, ਕੋਈ ਖਤ, ਕੋਈ ਐਡਰੈਸ ਜਾਂ ਕੁਛ ਨਹੀਂ, ਬਿਲਕੁਲ ਕਤਈ ਤੌਰ ਤੇ। ਮੇਰੇ ਉਹਨਾਂ ਨੇ ਸਿਰਫ ਮੈਨੂੰ ਜ਼ੁਬਾਨੀ ਇੱਕ ਗੱਲ ਕਹੀ ਕਿ ਇਹ ਵਾ ਐਡਰੈਸ ਉੱਥੇ ਦਾ। ਉਹਨਾਂ ਕਿਹਾ ਗਰਲ ਕਾਲਜ ਆ, ਉਹ ਤੋਂ ਅੱਗੇ ਤੁਹਾਡਾ ਕੰਮ ਆ ਸਾਹੀਵਾਲ। ਅਸੀਂ ਦੋਵੇਂ ਰਾਤ ਨੂੰ ਉੱਥੇ ਤਕਰੀਬਨ ਅਸੀਂ ਨਾ 3:30 ਵਜੇ 4 ਵਜੇ ਦੇ ਕਰੀਬ ਅਸੀਂ ਸਾਹੀਵਾਲ ਅੱਡੇ ਤੇ ਪਹੁੰਚੇ। ਤੇ ਉਹ ਮੋਟਰਸਾਈਕਲ ਆਪਣਾ ਰਿਕਸ਼ਿਆਂ ਵਾਲੇ ਤੇ ਟਾਂਗਿਆਂ ਵਾਲੇ ਉਹ ਨਾ ਆਗੇ ਲਾਗੇ ਚੱਕ ਗਏ। ਉਹਨੂੰ ਇੱਕ ਨੂੰ ਬੁਲਾ ਕੇ ਤੇ ਬਿਲਕੁਲ ਐਡਰੈਸ ਵਗੈਰਾ ਤੇ ਆਈ ਕੋਈ ਨਹੀਂ ਸੀ। ਉਹਨੂੰ ਕਿਹਾ ਕਿੱਥੇ ਜਾਣਾ, ਕਿੱਥੇ ਇਸ ਤਰ੍ਹਾਂ। ਮੈਂ ਮੁਬਾਰਕ ਨਾਲ ਗੱਲ ਕੀਤੀ ਵੀ ਅਸੀਂ ਕਿਸ ਤਰ੍ਹਾਂ ਗੱਲ ਕਰੀਏ। ਫਜ਼ਾ ਜਿਹੜੀ ਆ ਉਹ ਉਸ ਇਲਾਕੇ ਵਿੱਚ ਜਾਣ ਵਾਲੀ ਹੈ ਨਹੀਂ ਸੀ। ਤੇ ਮੈਂ ਉਹਨੂੰ ਇਸ ਤਰ੍ਹਾਂ ਹੀ ਕਿਹਾ ਕਿ ਗਰਲ ਕਾਲਜ ਜਾਣਾ। ਕਹਿੰਦਾ ਗਰਲ ਕਾਲਜ ਕਿੱਥੇ ਜਾਣਾ, ਕਿਹੜੀ ਸਾਈਡ ਤੇ ਜਾਣਾ, ਕਿਹੜੇ ਵੱਲੋਂ, ਕਿਹੜੇ ਮਹੱਲੇ ਜਾਣਾ। ਮੈਂ ਕਿਹਾ ਤੂੰ ਗਰਲ ਕਾਲਜ ਦੇ ਬੂਹੇ ਅੱਗੇ ਲਾ ਦੇ। ਉਹ ਗਰਲ ਕਾਲਜ ਦੇ ਬੂਹੇ ਅੱਗੇ ਲਾ ਗਿਆ। ਤਕਰੀਬਨ ਨਾ ਉਸ ਵਕਤ ਇੱਕ ਸੁਬਹ ਦੀਆਂ ਅਜ਼ਾਨਾਂ ਤੋਂ ਪਹਿਲਾਂ ਇੱਕ ਖਾਸ ਤੌਰ ਤੇ ਜਿਹਨੂੰ ਕਹਿੰਦੇ ਨੇ ਇੱਕ ਖਾਸ ਅੰਧੇਰਾ ਹੁੰਦਾ, ਥੋੜੇ ਜਿਹੇ ਟਾਈਮ ਲਈ। ਅਸੀਂ ਉਸ ਵਕਤ ਉੱਥੇ ਉਤਰੇ ਤੇ ਬਹੁਤ ਹੀ ਦਿਲ ਵਿੱਚ ਥੋੜਾ ਜਿਹਾ ਆਇਆ ਸੀ ਕਿ ਅਸੀਂ ਕਿਹਨੂੰ ਪੁੱਛੀਏ, ਤੇ ਕੋਈ ਆਸ-ਪਾਸ ਚਰਿੰਦ ਪਰਿੰਦ ਵੀ ਨਹੀਂ ਸੀ। ਥੋੜੀ ਦੇਰ ਬਾਅਦ ਸੀ, ਮੈਂ ਮੁਬਾਰਕ ਨੂੰ ਕਿਹਾ ਕਿ ਦੁਆ ਕਰਦੇ। ਅਸੀਂ ਦੁਆ ਕੀਤੀ ਦੋਵਾਂ ਜਾਣਿਆਂ। ਤੇ ਇੱਕ ਥੋੜੀ ਦੂਰ ਨਾ ਇੱਕ ਇਸ ਤਰ੍ਹਾਂ ਲੱਗਾ ਕਿ ਕੋਈ ਨਾ ਪਰਛਾਵਾਂ ਜਿਹਾ, ਉਹ ਹਿੱਲਣ ਜੁਲਣ ਦੀ ਕੋਈ, ਉਹ ਸੀ ਦੁੱਧ ਵੇਚਣ ਵਾਲਾ ਸਾਈਕਲ ਤੇ। ਉਹ ਸਾਨੂੰ ਨਜ਼ਰ ਆਇਆ ਤੇ ਉਹਨੂੰ ਅਸੀਂ ਨਾ ਇੱਕ ਆਪਣੇ ਦੋਵੇਂ ਕਾਫੀ ਦੂਰ ਸੀ ਉਹ, ਅਸੀਂ ਆਪਸ ਵਿੱਚ ਮਸ਼ਵਰਾ ਕਰਨ ਲੱਗ ਪਏ ਦੋਵੇਂ ਕਿ ਇਹਨੂੰ ਪੁੱਛਦੇ ਆ ਕਿ ਕੋਈ ਇਸ ਤਰ੍ਹਾਂ ਮੇਜਰ ਮਨਜ਼ੂਰ ਸਾਹਿਬ ਨੂੰ ਦਾ ਘਰ ਜਿਹੜਾ ਵਾ ਉਹ ਜਾਣਾ। ਸਿਰਫ ਨਾਂ ਦੱਸਿਆ ਸੀ ਮੇਜਰ ਮਨਜ਼ੂਰ ਗਰਲ ਕਾਲਜ। ਉਹ ਥੋੜੀ ਦੇਰ ਬਾਅਦ ਅਸੀਂ ਆਪਸ ਵਿੱਚ ਗੱਲ ਕਰ ਰਹੇ ਤੇ ਉਹ ਦੋਧੀ ਵੀ ਗਾਇਬ ਹੋ ਗਿਆ। ਅੱਲਾ ਮੀਆਂ ਨੇ ਉਹ ਵੀ ਇੱਕ ਨਾ ਇੱਕ ਟਾਰਸ ਬਣਾਈ, ਕਿਉਂਕਿ ਉਹ ਇੱਕ ਪੂਰਾ ਇੱਕ ਇਮਤਿਹਾਨ ਦਾ ਟਾਈਮ ਸੀ। ਤੇ ਮੈਂ ਕਿਹਾ ਵੀ ਹੁਣ ਤੇ ਕੋਈ ਚਾਰਾ ਨਹੀਂ ਹੈ ਸਾਡਾ, ਇਹ ਖੁਦਾ ਤੋਂ ਸਿਵਾ ਹੁਣ ਬਿਲਕੁਲ ਉਹ ਹੀ ਇਸ ਵਕਤ ਤੂੰ ਦੁਆ ਕਰ ਕਿ ਕੋਈ ਖੁਦਾ ਦੁਆਏ ਮੁਸਤਜਾਬ ਵਾਲਾ ਸਾਨੂੰ ਕੋਈ ਨਜ਼ਾਰਾ ਦਿਖਾ ਦੇ। ਤੇ ਦੇਖਦੇ ਆਈ ਨਾ ਤਜਦ ਦੇ ਟਾਈਮ ਤੇ ਇੱਕ ਛੋਟੇ ਜਿਹੇ ਗਾਰਡਨ ਦੇ ਵਿੱਚੋਂ ਇੱਕ ਬੱਤੀ ਬਲੀ, ਤੇ ਕੁਛ ਇਸ ਤਰ੍ਹਾਂ ਲੱਗਾ ਕਿ ਸਾਡੇ ਦਿਮਾਗ 'ਚ ਰੋਸ਼ਨੀ ਹੋਈ ਹੈ। ਮੈਂ ਮੁਬਾਰਕ ਨੂੰ ਕਿਹਾ, ਮੈਂ ਕਿਹਾ ਮੁਬਾਰਕ ਆ ਦੇਖ, ਇਸ ਘਰ 'ਚ ਰੋਸ਼ਨੀ ਹੋਈ ਹੈ, ਕੋਈ ਉੱਠਿਆ, ਹੋ ਸਕਦਾ ਬਾਹਰ ਨਿਕਲੇ ਤੇ ਇਹਨਾਂ ਨੂੰ ਪੁੱਛਾਂਗੇ। ਤੁਸੀਂ ਯਕੀਨ ਕਰੋ ਕਿ ਖੁਦਾ ਤਾਲਾ ਦੀ ਉਹ ਟਾਈਮ ਸੀ ਦੁਆ ਦਾ। ਮੈਂ ਜਿਸ ਵਕਤ ਉਹਦੀ ਘੰਟੀ ਦੇ ਉੱਤੇ ਹੱਥ ਰੱਖਿਆ ਤੇ ਉਹਦੇ ਉੱਤੇ ਲਿਖਿਆ ਸੀ ਮੇਜਰ ਮਨਜ਼ੂਰ ਆਰਟਲਰੀ। ਮੈਂ ਖੁਦਾ ਦੇ ਹਜ਼ੂਰ ਉਸ ਵਕਤ ਮੇਰੇ ਅੱਖਾਂ 'ਚੋਂ ਅੱਥਰੂ ਨਿਕਲ ਆਏ। ਮੈਂ ਕਿਹਾ ਖੁਦਾ ਤਾਲਾ, ਮੈਂ ਤੇ ਇੰਨੇ ਜੋਗਾ ਨਹੀਂ ਕਿ ਤੂੰ ਕੀ ਨਜ਼ਾਰਾ ਦਿਖਾਇਆ। ਮੈਂ ਜਿਸ ਵਕਤ ਘੰਟੀ ਦਿੱਤੀ ਹੈ ਤੇ ਮੇਜਰ ਮਨਜ਼ੂਰ ਸਾਹਿਬ ਦੇ ਬੜੇ ਭਾਈ
ਉਹ ਬਾਹਰ ਤਸ਼ਰੀਫ ਲਿਆਏ, ਬਿਲਕੁਲ ਸਾਦਾ ਲਿਬਾਸ, ਜਟਕੇ ਜਿਹੇ ਬਿਲਕੁਲ। ਉਹਨਾਂ ਨੇ ਮੈਨੂੰ ਵੇਖਿਆ, ਮੁਬਾਰਕ ਨੂੰ ਵੇਖਿਆ, ਮੈਨੂੰ ਆਪਣੀ ਬਾਜ਼ੂ 'ਚ ਲਿਆਏ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਸ਼ੀਸ਼ੇ ਦਾ ਦਰਵਾਜ਼ਾ ਸੀ, ਜਿਸ ਤਰ੍ਹਾਂ ਇੱਕ ਗਾਰਡਨ ਛੂਹਿਆ ਹੁੰਦਾ। ਉਹ ਅੰਦਰ ਲੈ ਕੇ ਚਲੇ ਗਏ ਤੇ ਅੰਦਰ ਇੱਕ ਦੇਖਦਾ ਤੇ ਬੈਠਕ ਵਿੱਚ ਇਸ ਕਦਰ ਖੂਬਸੂਰਤ ਬੈਠਕ, ਏਦਾਂ ਦੀ ਖ਼ਾਬ ਵਿੱਚ ਵੀ ਨਜ਼ਰ ਜਾਂ ਫਿਲਮਾਂ 'ਚ ਨਜ਼ਰ ਆਉਂਦੀ ਹੈ। ਹਰ ਪਾਸੇ ਅਟਲਰੀ ਤੇ ਜਹਾਜ਼ ਤੇ ਉਹਨਾਂ ਦੇ ਮਾਡਲ ਪਏ ਤੇ ਬੜੀ ਖੂਬਸੂਰਤ, ਬੜੀ ਵੱਡੀ ਬੈਠਕ। ਉਹਦੇ ਵਿੱਚ ਮੇਜ਼ ਇੱਕ ਲੱਗਾ, ਬੜੀ ਖੂਬਸੂਰਤ ਜਿਹੀ। ਤੇ ਥੋੜ੍ਹੀ ਦੇਰ ਬਾਅਦ ਨਾ ਮੇਜਰ ਸਾਹਿਬ ਤਸ਼ਰੀਫ ਲਿਆਏ। ਮੇਜਰ ਸਾਹਿਬ ਤੇ ਖੁਦਾ ਤਾਲਾ ਦਾ ਇੱਕ ਖਾਸ ਨੂਰ ਸੀ। ਮੈਂ ਕਿਸੇ ਨਾਲ ਤਸ਼ਬੀਹ ਨਹੀਂ ਦਿੰਦਾ, ਲੇਕਿਨ ਬਹੁਤ ਹੀ ਨੂਰ ਸੀ ਮੇਜਰ ਸਾਹਿਬ ਦੇ। ਅੱਲਾਹ ਤਾਲਾ ਚਿਹਰੇ ਤੇ ਨੂਰ ਹੁਣ ਵੀ ਹੋਵੇ। ਮੇਜਰ ਸਾਹਿਬ ਨੇ ਕੁਛ ਨਹੀਂ ਪੁੱਛਿਆ ਸਾਨੂੰ, ਕਿਸੇ ਕਿਸਮ ਦਾ ਕੋਈ ਸਵਾਲ ਨਹੀਂ ਕੀਤਾ ਕਿ ਕੌਣ ਹੋ, ਕਿੱਥੋਂ ਆਏ ਹੋ, ਕੀ ਨਾਂ ਤੁਹਾਡਾ, ਕੁਛ ਕਈ ਤੌਰ ਤੇ ਨਹੀਂ ਉਹਨਾਂ ਨੇ ਕੁਛ ਕਿਹਾ। ਉਹਨਾਂ ਨੇ ਮੈਨੂੰ ਸੱਜੇ ਪਾਸੇ ਬਿਠਾਇਆ, ਮੁਬਾਰਕ ਨੂੰ ਖੱਬੇ ਪਾਸੇ ਬਿਠਾਇਆ ਕੁਰਸੀ ਤੇ ਬੈਠ ਗਏ। ਉਹਨਾਂ ਨੇ ਸਾਰੀ ਸਿਚੁਏਸ਼ਨ ਸਮਝਾਈ ਕਿ ਇਸ ਵਕਤ ਇੱਥੋਂ ਨਿਕਲ ਜਾਓ ਤੇ ਤੁਸੀਂ ਇਸ ਰਸਤੇ ਥਣੀ ਜਾਣਾ, ਤੇ ਇੱਥੋਂ ਤੁਸੀਂ ਰਕਸ਼ਾ ਜਾਂ ਜੋ ਵੀ ਚੀਜ਼ ਲੈਣੀ ਇੱਥੋਂ ਲੈ ਕੇ ਤੇ ਫਿਰ ਤੁਸੀਂ ਲੈਰੀਏ ਇੱਧਰ ਜਾਣਾ। ਫਿਰ ਉਹ ਜਿਹੜੇ ਮੁੰਡਾ ਜਿਹੜਾ ਮਰਿਆ ਸੀ ਜਾਂ ਦੋ ਸੀ ਉਹ ਮਰੇ, ਉਹਨਾਂ ਦੇ ਜਨਾਜ਼ੇ ਤੇ ਜਾਣਾ ਸਾਰਾ। ਉਹ ਅਸੀਂ ਉਸ ਪਿੰਡ 'ਚ ਗਏ, ਜਾ ਕੇ ਉਹਦਾ ਜਨਾਜ਼ਾ ਵਗੈਰਾ ਸਾਰੀ ਰਿਪੋਰਟ ਲੈ ਕੇ ਅਸੀਂ ਮੇਜਰ ਸਾਹਿਬ ਕੋਲ ਆਏ। ਮੇਜਰ ਸਾਹਿਬ ਨੇ ਖਾਣਾ ਖਿਲਾਇਆ ਜਿਸ ਵੇਲੇ, ਤੇ ਖਾਣਾ ਖਿਲਾ ਕੇ ਤੇ ਅਸੀਂ ਖਾਣਾ ਖਾ ਕੇ ਤੇ ਰੁਖਸਤ ਲੈਣ ਵਾਸਤੇ ਨਾ ਮੈਂ ਉਹਨਾਂ ਦਾ ਨਾ ਇੱਕ ਹਲਕਾ ਜਿਹਾ ਨਾ ਮਤਲਬ ਇੱਕ ਜਿਸ ਤਰ੍ਹਾਂ ਸ਼ੁਕਰੀਆ ਅਦਾ ਕੀਤਾ ਕਿ ਮੇਜਰ ਸਾਹਿਬ ਤੁਸੀਂ ਤੁਹਾਨੂੰ ਤਕਲੀਫ ਦਿੱਤੀ ਬਹੁਤ ਜ਼ਿਆਦਾ, ਤੁਸੀਂ ਇਹ। ਤੇ ਮੇਜਰ ਸਾਹਿਬ ਨੇ ਮੇਰੀ ਇਸ ਗੱਲ ਤੇ ਨਾ ਪਤਾ ਹੀ ਨਹੀਂ ਲੱਗਾ, ਜਿਸ ਤਰ੍ਹਾਂ ਇੱਕ ਬੱਚਾ ਨਹੀਂ ਰੋਂਦਾ ਇਸ ਤਰ੍ਹਾਂ ਸਿਸਕੀਆਂ ਲੈਣ ਲੱਗ ਪਏ ਰੋਣ। ਮੇਜਰ ਸਾਹਿਬ ਨੇ ਆਪਣੇ ਅੰਦਰ ਇੱਕ ਤੂਫਾਨ ਸੀ, ਜਿਸ ਤਰ੍ਹਾਂ ਉਹਨਾਂ ਨੇ ਇੱਕ ਮਿੰਟ ਦੇ ਵਿੱਚ ਉਹਨਾਂ ਦੇ ਅੱਖੂ ਅੰਥਰੂ ਆ ਗਏ ਉਹਨਾਂ ਨੂੰ। ਕਹਿੰਦੇ ਕਿੱਥੇ ਮੈਂ, ਕਿੱਥੇ ਮਸੀਹ ਮੌਤ ਦੇ ਮਹਿਮਾਨ, ਤੇ ਤੁਸੀਂ ਮੇਰਾ ਸ਼ੁਕਰੀਆ ਅਦਾ ਕਰਦੇ। ਮੇਜਰ ਸਾਹਿਬ ਤੇ ਖੁਦਾ ਤਾਲਾ ਰਹਿਮਤਾਂ ਕਰੇ, ਉਹਨਾਂ ਨੇ ਬਹੁਤ ਹੀ ਬੜੇ ਵਕਾਰ ਤਰੀਕੇ ਨਾਲ ਸਾਨੂੰ ਰੁਖਸਤ ਕੀਤਾ। ਅਸੀਂ ਆਏ, ਆ ਕੇ ਡਾਕਟਰ ਖਾਲਕ ਸਾਹਿਬ ਨੂੰ ਸਾਰੀ ਰਿਪੋਰਟ ਦਿੱਤੀ, ਅਮੀਰ ਸਾਹਿਬ ਨੂੰ ਸਾਰੀ ਰਿਪੋਰਟ ਦਿੱਤੀ। ਉਸ ਤੋਂ ਬਾਅਦ ਅਸੀਂ ਅੱਲਾਹ ਤਾਲਾ ਨੇ ਇਹ ਸਫ਼ਰ ਸਾਡੇ ਸਾਡੇ ਉਹ ਮਸਜਿਦ ਦੇਖੀ ਜਾ ਕੇ, ਉਹ ਜਾਮਿਆ ਰਸ਼ੀਦੀਆ ਵਗੈਰਾ ਸਾਰਾ, ਉਹ ਜਿੱਥੇ ਦਾ ਉਹ ਮੁੰਡਾ ਸੀ, ਅਸੀਂ ਸਾਰਾ ਉਹ ਰਿਪੋਰਟ ਜਿਹੜੀ ਸੀ ਸਾਡੇ, ਉਹ ਇੱਕ ਤਾਰੀਖ ਦਾ ਹਿੱਸਾ ਹੈ। ਇਹ ਉਹਦਾ ਫਜ਼ਲ ਆ ਬਸ। ਇਹ ਮੇਰੇ ਦਾਦਾ ਜੀ ਦੀਆਂ ਜਿਹੜੀਆਂ ਕੁਰਬਾਨੀਆਂ ਸੀ ਨਾ, ਇਹ ਅੱਲਾਹ ਤਾਲਾ ਨੇ ਜਾਰੀ ਰੱਖੀਆਂ। ਇਸ ਲਿਹਾਜ਼ ਨਾਲ ਸਾਨੂੰ ਵੀ ਤੌਫੀਕ ਦਿੱਤੀ ਅੱਲਾਹ ਤਾਲਾ ਨੇ ਕਿ ਅਸੀਂ ਉਹਦੇ ਤੇ ਕਾਇਮ ਰਹੀਏ। ਤੇ ਅੱਗਿਓਂ ਮੇਰੀ ਔਲਾਦ ਵੀ, ਮੇਰੇ ਬੱਚੇ, ਮੇਰੇ ਭਤੀਜੇ ਭਾਣਜੇ ਸਾਰੇ ਅੱਲਾਹ ਤਾਲਾ ਦੇ ਫਜ਼ਲ ਨਾਲ ਸ਼ਹਿਦਾਈ ਨੇ ਜਮਾਤ ਦੇ। ਸਾਡੇ ਅਮੀਰ ਸਾਹਿਬ ਨੂੰ ਫੈਸਲਾਬਾਦ ਦੇ ਸ਼ੇਖ ਮੁਹੰਮਦ ਮਦਰ ਸਾਹਿਬ ਦੀ ਮੇਰੀ ਮਰਕਜ਼ ਵੱਲੋਂ ਡਿਊਟੀ ਲੱਗੀ ਆਪਣੀ, ਮਤਲਬ ਮੈਂ ਨਾਜ਼ਮ ਉਮਮੀ ਹੋਣ ਤੇ ਉਹ ਤੇ ਇੱਕ ਜਮਾਤੀ ਸਾਡਾ ਜੋ ਉਹਦਾ ਹੈ ਉਹ ਤੇ ਖਿਦਮਤ ਹੈ, ਲੇਕਿਨ ਉਹਦੇ ਹਿਸਾਬ ਨਾਲ ਹੀ ਜਮਾਤ ਨੇ ਮੇਰੀ ਇੱਕ ਡਿਊਟੀ ਲਗਾਈ ਕਿ ਉਹਨਾਂ ਨੂੰ, ਸਾਡੇ ਉਸ ਵਕਤ ਬਹੁਤ ਮੁਸ਼ਕਲ ਹੋ ਗਈ ਸੀ ਮੁਰੱਬੀਆਨ ਵਾਸਤੇ, ਤੇ ਪਾਕਿਸਤਾਨ 'ਚ ਮੁਰੱਬੀਆਨ ਦੀ ਸ਼ਹਾਦਤ ਹੋ ਜਾਣੀ, ਉਮਰਾ ਦੀ ਹੋ ਜਾਣੀ। ਇਸ ਤਰ੍ਹਾਂ ਅੱਲਾਹ ਤਾਲਾ ਨੇ ਤੌਫੀਕ ਦਿੱਤੀ। 2.5 ਸਾਲ ਮੈਂ ਅਮੀਰ ਸਾਹਿਬ ਦੀ ਖਿਦਮਤ 'ਚ ਹਾਜ਼ਰ ਰਿਹਾ। ਮੈਂ ਉਹਨਾਂ ਨੂੰ ਲੈ ਕੇ ਆਉਣਾ, ਮਸਜਿਦ ਬਾਹਿਫਾਜ਼ਤ ਛੱਡ ਕੇ ਆਉਣਾ, ਆਪਣੀ ਜਾਨ ਦੀ ਪਰਵਾਹ ਦਾ ਤਾਂ ਸਬਰ ਵੀ ਨਹੀਂ ਸੀ ਨਾ ਕਿ ਆਪਣੀ ਜਾਨ ਵੀ ਕੋਈ ਚੀਜ਼ ਹੈ, ਮੇਰੇ ਸਾਥੀਆਂ ਦੀ ਜਾਨ ਵੀ ਕੋਈ ਚੀਜ਼ ਹੈ। ਤੇ ਅੱਲਾਹ ਤਾਲਾ ਨੇ ਬਹੁਤ ਫਜ਼ਲ ਕੀਤੇ। ਮੈਂ ਯਾਨੀ ਜਮਾਤੀ ਖਿਦਮਤ ਹੋਣ ਤੇ ਨਾਲ ਜਿਹੜਾ ਚਨਿਓਟ ਦੇ ਜਲਸੇ, ਉਹ ਚਨਿਓਟੀ ਦੇ ਜਲਸੇ, ਉਹਨਾਂ ਦੇ ਜਾ ਕੇ ਸਾਰਾ ਸਿਸਟਮ ਕਰਨਾ। ਮੈਂ ਆਪਣੇ ਮੂਮੀ ਦੇ ਮੁੰਡੇ ਜਿਹੜੇ ਸੀ ਮੇਰੇ ਨਾਲ, ਪਿੰਡਾਂ ਦੇ ਵਿੱਚੋਂ ਲੈ ਕੇ ਤੇ ਉਹਨਾਂ ਜਲਸਿਆਂ ਤੇ ਅਸੀਂ ਜਾ ਕੇ ਉਹਨਾਂ ਦੀ ਤਿਆਰੀ ਕਰਾਣੀ। ਦੂਸਰੀ ਇੱਕ ਹੋਰ ਛੋਟੀ ਜਿਹੀ ਗੱਲ ਜ਼ਿਹਨ 'ਚ ਆ ਗਈ ਕਿ ਮੇਰੇ ਨਾਨਾ ਜੀ 1900 ਦੀ ਪੈਦਾਇਸ਼ ਸੀ ਇਹਨਾਂ ਦੀ। ਇਹ 1982 ਵਿੱਚ ਸਾਡਾ ਅੰਸਾਰੁੱਲਾ ਦਾ ਜਿਹੜਾ ਇਜਤਮਾ ਹੋਇਆ ਹਜ਼ੂਰ ਖਲੀਫਤ ਮਸੀਹ ਰਾਬੇ ਦੀ, ਉਸ ਵਕਤ ਮੇਰੇ ਨਾਨਾ ਜੀ ਆਪਣੇ ਪੋਤੇ ਨੂੰ ਨਹੀਂ, ਪੜਪੋਤੇ ਨੂੰ ਸਾਈਕਲ ਤੇ ਬਿਠਾ ਕੇ, ਉਦੋਂ ਸਾਈਕਲ ਦੀ ਤਹਿਰੀਕ ਚੱਲੀ ਸੀ ਕਿ ਸਾਈਕਲ ਚਲਾਓ, ਮੇਰੇ ਨਾਨਾ ਜੀ ਆਪਣੇ ਪੜਪੋਤੇ ਨੂੰ ਸਾਈਕਲ ਤੇ ਬਿਠਾ ਕੇ ਰੱਬਾ ਲੈ ਕੇ ਗਏ। ਤੇ ਹਜ਼ੂਰ ਨੇ ਅਜ਼ਰਾ ਸ਼ਫਕਤ ਸਾਡੇ ਨਾਨੇ ਬਾਈ ਨੂੰ ਇੱਕ ਫੈਮਿਲੀ ਮੁਲਾਕਾਤ ਦਾ ਸ਼ਰਫ ਬਖਸ਼ਿਆ। ਉਹਦੇ ਵਿੱਚ ਵੀ ਸਾਡੇ 82 ਅਫਰਾਦ ਸ਼ਾਮਲ ਸਨ। ਉਹ ਮੇਰੇ ਕੋਲ ਅੱਜ ਤਸਵੀਰ ਮੈਂ ਲੱਭਦਾ ਰਿਹਾ, ਮੈਨੂੰ ਲੱਭੀ ਨਹੀਂ ਹੈ ਵਾ ਮੇਰੇ ਕੋਲ ਵੈਸੇ।
ਉਹ ਤਸਵੀਰ ਸਾਨੂੰ ਅੱਲਾਹ ਤਾਲਾ ਦੇ ਫਜ਼ਲ ਨਾਲ ਹਜ਼ੂਰ ਨੇ ਫੋਟੋ ਖਿਚਾਈ ਸਾਡੇ ਨਾਲ ਖਾਨਦਾਨ ਦੀ। ਤੇ ਬਾਹਰ ਨਿਕਲੇ ਤੇ ਇੱਕ ਐਸਾ ਅਜੀਬ ਵਾਕਿਆ ਹੋਇਆ ਕਿ ਉਹ ਮੁਲਾਕਾਤ ਤੋਂ ਕਾਫੀ ਸਾਡੀ ਲੰਬੀ ਮੁਲਾਕਾਤ ਸੀ। ਹਰ ਬੰਦੇ ਨੇ, ਹਰ ਔਰਤ ਨੇ, ਹਰ ਮੇਰੀ ਖਾਲਾ, ਫੁੱਫੀ, ਮਾਮਾ ਸਭ ਨੇ ਜਿਹਨੇ ਜਿਹੜਾ ਵੀ ਗਿਆ, ਉਹਨਾਂ ਨੇ ਹਜ਼ੂਰ ਨਾਲ ਮੁਸਾਫਾ ਵੀ ਹੋਇਆ ਬਾਜ਼ ਨਾਲ, ਜਿਨ੍ਹਾਂ ਨਾਲ। ਤੇ ਹਰ ਸਵਾਲ ਕੀਤਾ, ਹਰ ਤਰੀਕੇ ਦੀ, ਹਰ ਆਪਣੀ ਫੈਮਿਲੀ ਜਿਸ ਤਰ੍ਹਾਂ ਬਿਲਕੁਲ ਇੱਕ ਬਾਪ ਨਾਲ ਗੱਲ ਹੁੰਦੀ ਹੈ, ਇਸੇ ਤਰ੍ਹਾਂ ਹੀ ਸਾਰਿਆਂ ਨੇ ਆਪਣਾ ਢਿੱਡ ਖੋਲਿਆ ਹਜ਼ੂਰ ਦੇ ਅੱਗੇ। ਕਾਫੀ ਮੌਕਾ ਹਜ਼ੂਰ ਦਾ, ਕਾਫੀ ਟਾਈਮ ਲੱਗਾ। ਉਸ ਤੋਂ ਬਾਹਰ ਮੇਰੇ ਨਾਨੇ ਅੱਬਾ ਜੀ ਨਿਕਲੇ ਤੇ ਅਸੀਂ ਮਸਜਿਦ ਅਕਸਾ ਤੋਂ, ਆਪਣਾ ਮਸਜਿਦ ਮੁਬਾਰਕ ਤੋਂ ਬਾਹਰ ਨਿਕਲੇ ਹੀ ਹਾਲੀ। ਤੇ ਬਾਹਰ ਦੇ ਗੇਟ ਤੋਂ ਪਹਿਲਾਂ ਮਸਜਿਦ ਜਿਹੜੀ ਆ ਹੁਣ ਤੇ ਉਹ ਵੱਡੀ ਹੋ ਗਈ ਹੈ, ਉਸ ਵਕਤ ਉਹਦੇ ਗੇਟ ਤੇ ਲਾਗੇ ਨਾ ਖੜੇ ਹੋ ਗਏ ਨਾਨੇ ਬਾਈ, ਕਹਿੰਦੇ ਆ ਕਿ ਬੱਚਿਓ ਠਹਿਰ ਜਾਓ, ਮੈਂ ਤੁਹਾਨੂੰ ਇੱਕ ਗੱਲ ਕਰਨੀ। ਉਸ ਵਕਤ ਬਿਲਕੁਲ ਤਸੱਵਰ ਵੀ ਨਹੀਂ ਸੀ ਕਿ ਹਜ਼ੂਰ ਨੇ ਬਾਹਰ ਤਸ਼ਰੀਫ ਲੈ ਆਉਣਾ ਵਾ, ਜਾਂ ਕੋਈ ਖਿਲਾਫਤ ਬਾਹਰ ਚਲੀ ਜਾਏਗੀ। ਬੰਦਾ ਸੋਚ ਵੀ ਨਹੀਂ ਸਕਦਾ ਨਾ। ਸਾਡੀ ਤਾਂ, ਅਸੀਂ ਤਾਂ ਬੱਚੇ ਸੀ, ਸਾਨੂੰ ਬਿਲਕੁਲ ਇਹਨਾਂ ਦੀ ਹੋਸ਼ ਹੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਕੰਮ ਹਜ਼ੂਰ ਹੁੰਦੇ। ਬਸ ਸਾਡੇ ਹਜ਼ੂਰ ਆ, ਸਾਡੇ ਹੀ ਹਜ਼ੂਰ ਆ, ਹੋਰ ਕਿਸੇ ਦੇ ਤੇ ਆਏ ਨਹੀਂ। ਤੇ ਨਾਨੇ ਬਾਈ ਕਹਿੰਦੇ ਆ ਕਿ ਮੈਂ ਤੁਹਾਨੂੰ ਅੱਜ ਦੱਸਾਂ, ਇਹ ਖਿਲਾਫਤ ਇੱਥੋਂ ਬਹੁਤ ਦੂਰ ਚਲੀ ਜਾਣੀ ਹੈ। ਇਹ ਖੁਦਾ ਤਾਲਾ ਦਾ ਫਜ਼ਲ ਆ, ਇਹ ਉਹਦਾ ਅਹਿਸਾਨ ਆ। ਅੱਜ ਇਹ ਅੱਲਾਹ ਤਾਲਾ ਨੇ ਕੋਈ ਜ਼ਰੀਆ ਬਣਿਆ ਸਾਡਾ ਕਿ ਸਾਨੂੰ ਇਹ ਨਸੀਬ ਹੋ ਗਿਆ ਵਕਤ। ਤੇ ਤੁਸੀਂ ਜਾ ਕੇ ਨਾ ਇਸ ਤਰ੍ਹਾਂ ਹੱਥ ਨਾਲ ਇਸ਼ਾਰਾ ਕਰਕੇ ਦੱਸਿਆ ਕਿ ਤੁਸੀਂ ਉਹ ਕਿਹੜਾ ਖਲੀਫਾ ਵਕਤ। ਮੇਰੇ ਨਾਨੇ ਅੱਬਾ ਜੀ ਦੇ ਆਂਸੂ ਗੱਲ ਨਹੀਂ ਸੀ ਹੁੰਦੀ, ਇਸ ਤਰ੍ਹਾਂ ਉਹਨਾਂ ਨੇ ਇਜ਼ਹਾਰ ਕੀਤਾ ਇਸ ਗੱਲ ਦਾ। ਤੇ ਅਸੀਂ ਘਰ ਆ ਗਏ, ਬਿਲਕੁਲ ਕੋਈ ਅਜੇ ਥੋੜਾ ਅਰਸਾ ਹੀ ਹੋਇਆ ਤੇ ਬਸ ਫਿਰ ਇਹ ਸੂਰਤ ਹਾਲ ਬਣ ਗਈ। ਠੀਕ ਹੈ। ਮੇਰੇ ਨਾਨੇ ਅੱਬਾ ਜੀ ਅਲ ਫੁਰਕਾਨ ਫੌਜ 'ਚ ਵੀ ਰਹੇ ਕਾਫੀ ਅਰਸਾ, ਜਿੰਨੇ ਚਿਰ ਉਹ ਰਹੀ ਹੈ ਉਹਨੇ ਚਿਰ ਬਹੁਤ ਬਹੁਤ ਉਹਦੇ ਵਾਕਿਆਤ ਬੜੇ ਨੇ। ਠੀਕ ਅਲ ਫੁਰਕਾਨ ਫੌਜ ਖਲੀਫਾ ਮਸੀਹ ਸਾਨੀ ਨੇ ਜਿਹੜੀ ਬਣਾਈ ਸੀ ਠੀਕ ਕਸ਼ਮੀਰ 'ਚ ਜਾ ਕੇ ਲੜਨ ਦੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜਜ਼ਾਕੁਮੁੱਲਾ ਤੁਹਾਡੇ ਵਕਤ ਦਾ, ਔਰ ਜਿਹੜੀਆਂ ਤੁਸੀਂ ਮਾਲੂਮਾਤ ਫਰਾਹਮ ਕੀਤੀਆਂ ਨੇ ਸਾਨੂੰ। ਅੱਲਾਹ ਤਾਲਾ ਤੁਹਾਨੂੰ ਬਿਹਤਰੀਨ ਜਜ਼ਾ ਅਤਾ ਫਰਮਾਏ। ਜਜ਼ਾਕੁਮੁੱਲਾ ਵਸਲਮ ਜਜ਼ਾ। अस्सलाम वालेकुम रहमतुल्लाहि व ਅੱਲਾਹ बरकातहू। ਤਾਲਾ ਸੁੱਖ ਦੇਵੇ, ਤੁਹਾਨੂੰ ਵੀ ਅੱਲਾਹ ਤਾਲਾ ਜਜ਼ਾ ਦੇਵੇ। ਅੱਲਾਹ ਤਾਲਾ ਮੇਰੇ ਬਜ਼ੁਰਗਾਂ ਨੂੰ ਉਹਨਾਂ ਦੇ ਦਰਜਾਤ ਬੁਲੰਦ ਕਰੇ। ਅੱਲਾਹ ਤਾਲਾ ਉਹਨਾਂ ਦੀ ਜੰਨਤ ਫਿਰਦੌਸ ਜਗ੍ਹਾ ਦੇਵੇ। आमीन। ਮੇਰੇ ਬਜ਼ੁਰਗਾਂ ਦਾ ਬੜਾ ਅਹਿਸਾਨ ਆ ਮੇਰੇ ਤੇ, ਮੇਰੇ ਖਾਨਦਾਨ ਤੇ, ਮੇਰੇ ਵਾਲਦੈਨ ਤੇ। ਉਹਨਾਂ ਨੇ ਸਾਡੀ ਜ਼ਿੰਦਗੀ ਸੰਵਾਰ ਦਿੱਤੀ, ਨਹੀਂ ਤੇ ਅਸੀਂ ਵੀ ਉਸ ਤਰ੍ਹਾਂ ਦੇ ਬਦਬਖਤ ਹੁੰਦੇ। ਕੋਈ ਪਤਾ ਨਹੀਂ, ਤਾਲਾ ਦੀ ਰੋਸ਼ਨੀ ਜਿਹੜੀ ਆ ਉਹ ਸਾਡੇ ਨਜ਼ਰਾਂ 'ਚ ਆਈ। ਅੱਲਾਹ ਤਾਲਾ ਸਲਾਮਤ ਰੱਖੇ। ਅਸਲਾਮ हाफिज़। ਵਾਲੇकुम। अल्लाह हाफिज़।